ਭਗਤ ਕਬੀਰ ਜੀ ਦਾ ਇੱਕ ਇੱਕ ਬਚਨ ਸਾਨੂੰ ਸੇਧ ਬਖਸ਼ਦਾ ਹੈ ਕਿ ਜੀਵਨ ਕਿੰਜ ਜੀਵਣਾ ਹੈ। ਤੋ 173 ਨੰਬਰ ਸ਼ਲੋਕ ਅੰਦਰ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ, 52 ਅੱਖਰ ਸੋਧ ਕੇ ਹਰ ਚਰਨੀ ਚਿੱਤ ਲਾਏ। ਵਿਦਿਆ ਨੂੰ ਸਿਆਣੇ ਲੋਕ ਤੀਜਾ ਨੇਤਰ ਆਖਦੇ ਹਨ, ਪਰ ਇਸ ਤੋਂ ਪਹਿਲੇ ਸ਼ਲੋਕ ਵਿੱਚ ਸ਼ਲੋਕ ਨੰਬਰ 172 ਵਿੱਚ ਇੱਕ ਜ਼ਿਕਰ ਆਇਆ ਸੀ, ਕਬੀਰ ਕੋਠੀ ਕਾਠ ਕੀ ਦਹ ਦਿਸ ਲਾਗੀ ਆਗ, ਪੰਡਿਤ ਪੰਡਿਤ ਜਲ ਮੁਏ ਮੂਰਖ ਉਬਰੇ ਭਾਗ। ਸੰਸਾਰ ਦੀ ਵਿਦਿਆ ਤਾਂ ਪੰਡਿਤ ਦੇ ਪਾਸ ਸੀ। ਬ੍ਰਾਹਮਣ ਦੇ ਖੱਟ ਕਰਮਾਂ ਵਿੱਚ 6 ਕਰਮਾਂ ਵਿੱਚ ਇਹ ਸ਼ਾਮਲ ਸੀ, ਵਿਦਿਆ ਪੜ੍ਹਨੀ ਤੇ ਪੜਾਉਣੀ, ਦਾਨ ਦੇਣਾ ਤੇ ਲੈਣਾ, ਜਗ ਕਰਨੇ ਤੇ ਕਰਾਉਣੇ। ਇਹ 6 ਕਰਮ ਸਨ। ਪੰਡਿਤ ਉਹ ਸੀ ਜੋ ਵਿਦਿਆ ਵਿੱਚ ਬੜਾ ਮਾਹਿਰ ਹੈ, ਨਿਪੁੰਨ ਹੈ। ਪਰ ਕਬੀਰ ਜੀ ਨੇ ਲਿਖਿਆ, ਪੰਡਿਤ ਪੰਡਿਤ ਜਲ ਮੂਏ ਮੂਰਖ ਉਬਰੇ ਭਾਗ। ਇੱਥੇ ਭਾਵ ਇਹ ਸੀ ਜਿਨ੍ਹਾਂ ਕਿਤਾਬੀ ਗਿਆਨ ਤਾਂ ਹਾਸਲ ਕਰ ਲਿਆ, ਅੱਖਰ 4 ਪੜ੍ਹ ਲਏ, ਜਿੰਨੇ ਅੱਖਰ ਪੜ੍ਹੇ ਵਿਦਿਆ ਪ੍ਰਾਪਤ ਕੀਤੀ, ਉਹਨੀਆਂ ਨਾਲ ਚਤੁਰਾਈਆਂ ਵੀ ਪੱਲੇ ਬੰਨ੍ਹ ਲਈਆਂ। ਫਿਲਾਸਫੀ ਪੜ੍ਹ ਲਈ, ਦਲੀਲ ਨਾਲ ਦੂਜੇ ਦਾ ਖੰਡਨ ਕਰਨ ਲੱਗ ਪਿਆ, ਆਪਣੀ ਗੱਲ ਦਾ ਮੰਡਨ ਕਰਨ ਲੱਗ ਪਿਆ। ਇਸ ਖੰਡਨ ਮੰਡਨ ਵਿੱਚ ਕੋਈ ਕਦੀ ਆਤਮ ਰਸ ਨੂੰ ਪ੍ਰਾਪਤ ਕਰ ਸਕਿਆ ਹੋਵੇ, ਐਸਾ ਕਿਸੇ ਗ੍ਰੰਥ ਵਿੱਚ ਉਦਾਹਰਣ ਨਹੀਂ ਮਿਲਦਾ। ਫਿਰ ਕੋਈ ਜ਼ਰੂਰੀ ਨਹੀਂ ਕਿ ਜੇ ਕਿਸੇ ਵਿਅਕਤੀ ਨੇ ਪਦਾਰਥ ਦੇ ਖੇਤਰ ਵਿੱਚ ਬਹੁਤ ਜਾਣਕਾਰੀ ਪ੍ਰਾਪਤ ਕਰ ਲਈ ਹੈ ਤਾਂ ਉਹ ਪਰਮਾਤਮਾ ਦੇ ਪੰਧ ਦਾ, ਰਸਤੇ ਦਾ ਜਾਣਕਾਰ ਵੀ ਬਣ ਗਿਆ ਹੋਵੇਗਾ। ਕਿਸੇ ਨੇ ਲਾਅ ਪੜ੍ਹ ਲਿਆ ਹੈ, ਉਸ ਨੂੰ ਸਿਹਤ ਵਿਗਿਆਨ ਦਾ ਕੋਈ ਗਿਆਨ ਹੋਵੇਗਾ, ਜਾਂ ਕਿਸੇ ਨੇ ਸਿਹਤ ਵਿਗਿਆਨ ਪੜ੍ਹਿਆ ਹੈ, ਉਹ ਲਾਅ ਵੀ ਜਾਣਦਾ ਹੋਵੇਗਾ। ਹਰ ਫੀਲਡ ਦਾ ਆਦਮੀ ਮਾਸਟਰ ਨਹੀਂ ਹੋ ਸਕਦਾ। ਜਾਣਕਾਰੀਆਂ ਹਾਸਲ ਕਰ ਲਈਆਂ ਹਨ ਕਿਸੇ ਖਾਸ ਖੇਤਰ ਦੀਆਂ, ਉਸ ਵਿੱਚ ਵਿਸ਼ੇਸ਼ਤਾ ਹਾਸਲ ਹੈ, ਲੇਕਿਨ ਇਸ ਨਾਲ ਕੋਈ ਜ਼ਿੰਦਗੀ ਦੇ ਬੇੜੇ ਨੂੰ ਭਵਸਾਗਰ ਤੋਂ ਪਾਰ ਲਗਾ ਲਏਗਾ, ਇਸ ਨਾਲ ਕੋਈ ਵੀ ਤਾਂ ਸੰਬੰਧ ਨਹੀਂ। ਬਹੁਤ ਵਿਦਿਆ ਪੜ੍ਹਨ ਵਾਲੇ ਇਸ ਸੰਸਾਰ ਸਮੁੰਦਰ ਵਿੱਚ ਡੁੱਬਦੇ ਦੇਖੇ ਗਏ, ਚਤੁਰਾਈਆਂ ਕੰਮ ਨਾ ਆਈਆਂ, ਔਰ ਬਿਨਾਂ ਪੜ੍ਹੇ ਵੀ ਜਿਨ੍ਹਾਂ ਸੁਰਤ ਸਵਾਰ ਲਈ ਉਹ ਪਾਰ ਉਤਰ ਗਏ। ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਕਬੀਰ ਸਾਹਿਬ ਕਿਸੇ ਵਿਦਿਆ ਦੇ ਖਿਲਾਫ ਹਨ, ਪਰ ਇੱਕ ਗੱਲ ਉਹ ਜ਼ਰੂਰ ਡੰਕੇ ਦੀ ਚੋਟ ਨਾਲ ਆਖਦੇ ਨੇ ਕਿ ਪੜ੍ਹੇ ਗੁਨੇ ਨਾਹੀਂ ਕਛ ਬੌਰੇ, ਜੋ ਦਿਲ ਮਹਿ ਖਬਰ ਨਾ ਹੋਈ। ਤੂੰ ਦੂਰ ਆਕਾਸ਼ ਦੇ ਤਾਰਿਆਂ ਦੀ ਜਾਣਕਾਰੀ ਵੀ ਹਾਸਲ ਕਰ ਲਵੇਂ, ਗੱਲ ਬੁਰੀ ਨਹੀਂ। ਨੌਲੇਜ ਵਿੱਚ ਜਿਤਨਾ ਵਾਧਾ ਹੋ ਸਕੇ ਚੰਗਾ ਹੈ, ਪਰ ਆਕਾਸ਼ਾਂ ਦੀਆਂ ਬੁਲੰਦੀਆਂ ਦੀ ਗੱਲ ਕਰਨ ਵਾਲਿਆ ਆਪਣੇ ਆਪ ਨੂੰ ਪਹਿਚਾਣੇ ਹੀ ਨਾ, ਤਾਂ ਤੇਰੀ ਜਾਣਕਾਰੀ ਦਾ ਕੀ ਅਰਥ ਹੋਵੇਗਾ। ਫਿਰ ਵਿਦਿਆ ਪੜ੍ਹਨ ਦੇ ਨਾਲ ਨਾਲ ਭਗਤ ਜਨਾਂ ਨੇ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ
ਕਿ ਵਿਦਿਆ ਦਾ ਮਿਆਰ ਇਸ ਢੰਗ ਦਾ ਹੋਣਾ ਚਾਹੀਦਾ ਹੈ ਕਿ ਉਹ ਜ਼ਿੰਦਗੀ ਵਿੱਚ ਕੰਮ ਆਵੇ। ਕੰਮ ਆਉਣ ਤੋਂ ਭਗਤਾਂ ਦਾ ਮਤਲਬ ਇਹ ਹੈ ਕਿ ਆਦਮੀ ਦੇ ਜੀਵਨ ਨੂੰ ਸਵਾਰੇ, ਇਸ ਨੂੰ ਨੇਕ ਇਨਸਾਨ ਬਣਾਏ, ਚੰਗਿਆਈਆਂ ਨਾਲ ਭਰੇ, ਤੇ ਇਹ ਮਨੁੱਖਾ ਜਨਮ ਦਾ ਸਹੀ ਅਰਥਾਂ ਵਿੱਚ ਲਾਹਾ ਖੱਟ ਸਕੇ। ਕੇਵਲ ਜਾਣਕਾਰੀਆਂ ਇਕੱਠੀਆਂ ਕਰ ਲੈਣੀਆਂ ਕਾਫੀ ਨਹੀਂ। ਇੱਕ ਆਦਮੀ ਨੂੰ ਪੂਰਾ ਗਿਆਨ ਹੋ ਸਕਦਾ ਹੈ, ਜਾਣਕਾਰੀ ਹੋ ਸਕਦੀ ਹੈ ਕਿ ਆਟਾ ਕਿੰਝ ਬਣਦਾ ਹੈ, ਕਿੰਝ ਗੁੰਨਿਆ ਜਾਂਦਾ ਹੈ, ਕਿਵੇਂ ਪ੍ਰਸ਼ਾਦੇ ਤਿਆਰ ਕਰੀਦੇ ਨੇ, ਕਿਵੇਂ ਦਾਲ ਭਾਜੀ ਬਣਾਈ ਦੀ ਹੈ। ਲੇਕਿਨ ਉਹ ਜਾਣਕਾਰੀਆਂ ਤਾਂ ਬਿਆਨ ਕਰੀ ਜਾਏ, ਨਾ ਪ੍ਰਸ਼ਾਦਾ ਤਿਆਰ ਕਰੇ, ਨਾ ਦਾਲ ਸਬਜ਼ੀ ਬਣਾਏ, ਭੁੱਖ ਕਿਵੇਂ ਮਿਟੇਗੀ? ਵਿਦਿਆ ਪੜ੍ਹ ਕੇ ਤਾਂ ਇਸ ਗੱਲ ਵੱਲ ਜਾਣਾ ਸੀ ਕਿ ਉਸ ਕਾਦਰ ਅਤੇ ਉਸ ਦੀ ਕੁਦਰਤ ਦੀਆਂ ਗਹਿਰਾਈਆਂ ਵਿੱਚ ਆਪਾ ਲੀਨ ਕਰ ਲੈਂਦੇ। ਅੰਤ ਤਾਂ ਆਉਣ ਵਾਲਾ ਨਹੀਂ। ਲੇਕਿਨ 4 ਅੱਖਰ ਪੜ੍ਹ ਕੇ ਕੋਈ ਆਦਮੀ ਚਤੁਰਾਈ ਨਾਲ ਭਰ ਜਾਏ, ਹਉਮੈ ਕਰੇ, ਜਾਂ ਉਸ ਵਿਦਿਆ ਨੂੰ ਕੇਵਲ ਲਾਲਚ ਲਈ ਇਸਤੇਮਾਲ ਕਰੇ, ਤਾਂ ਗੁਰਬਾਣੀ ਅੰਦਰ ਵਿਸ਼ੇਸ਼ ਤੌਰ 'ਤੇ ਜ਼ਿਕਰ ਆਇਆ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਨ੍ਹਾਂ ਸੱਚਮੁੱਚ ਵਿਦਿਆ ਦੀ ਗਹਿਰਾਈ ਜਾਣੀ ਹੈ, ਉਹਨਾਂ ਦਾ ਅਭਿਮਾਨ ਤਾਂ ਮਿਟਿਆ ਹੈ ਕਿ ਜੋ ਮੈਂ ਜਾਣਿਆ ਇਹ ਤਾਂ ਕੁਝ ਵੀ ਨਹੀਂ। ਵੱਡੇ ਤੋਂ ਵੱਡੇ ਸਾਇੰਸਦਾਨ ਦੇ ਮੁੱਖ ਵਿੱਚੋਂ ਵੀ ਆਖਰ ਇਹ ਬੋਲ ਨਿਕਲਦੇ ਨੇ ਕਿ ਕੁਦਰਤ ਦੇ ਰਹੱਸ ਤਾਂ ਇੰਜ ਨੇ ਜਿਵੇਂ ਸਮੁੰਦਰ ਵਿੱਚ ਮੋਤੀ ਭਰੇ ਹੋਏ ਹੋਣ। ਮੈਂ ਜੋ ਕੁਝ ਹੁਣ ਤੱਕ ਪਾਇਆ ਜਾਣਿਆ, ਉਹ ਤਾਂ ਅਜੇ ਕਿਨਾਰੇ 'ਤੇ ਬੈਠਾ ਕੋਈ ਆਦਮੀ ਜਿਵੇਂ ਘੋਗੇ ਚੁਗ ਰਿਹਾ ਹੋਵੇ, ਇਤਨੀ ਕੁ ਪ੍ਰਾਪਤੀ ਹੈ। ਇਹ ਹੈ ਵਿਦਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਹੈ, ਪੜ੍ਹਨ ਦੇ ਨਾਲ ਬੁੱਝਣਾ ਜ਼ਰੂਰੀ ਹੈ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਫਾਰਮੂਲਾ ਚੇਤੇ ਕਰ ਲਿਆ, H2O ਪਾਣੀ ਬਣ ਜਾਂਦਾ ਹੈ, ਪਰ ਇਸਤੇਮਾਲ ਕਦ ਕਰੇਗਾ? ਹੈ ਵਿਦਿਆ ਬਹੁਤ ਚੰਗੀ। ਵਿਦਿਆ ਦੀ ਵਡਿਆਈ ਕੀਤੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਸਤੀ ਪਹਿਰੀ ਸਤ ਭਲਾ, ਬਹੀਐ ਪੜ੍ਹਿਆਂ ਪਾਸ। ਵਿਦਵਾਨਾਂ ਦੇ ਪਾਸ ਬੈਠਾਂਗੇ, ਕੋਈ ਵਿਦਿਆ ਦੀ ਗੱਲ ਚੱਲੇਗੀ, ਕੋਈ ਸਿਆਣਪ ਲੈ ਕੇ ਪਰਤਾਂਗੇ। ਪਰ ਉਹ ਕੌਣ ਹੋਣ? ਉਹ ਪੜ੍ਹੇ ਹੋਏ ਵਿਅਕਤੀ ਕੌਣ ਹੋਣ? ਉਹਨਾਂ ਦਾ ਜੀਵਨ ਮਿਆਰ ਕੈਸਾ ਹੋਵੇ? ਤਾਂ ਸਤਿਗੁਰੂ ਜੀ ਨੇ ਨਾਲ ਹੀ ਲਿਖ ਦਿੱਤਾ, ਉੱਥੈ ਪਾਪ ਪੁੰਨ ਵਿਚਾਰੀਐ, ਕੂੜੈ ਕਟੈ ਰਾਸ। ਉੱਥੇ ਪਾਪ ਪੁੰਨ ਦੀ ਵਿਚਾਰ ਹੋਵੇ, ਬਿਨਾਂ ਸੋਚੇ ਸਮਝੇ ਹੀ ਕਰਮ ਨਾ ਕਮਾਏ ਜਾਂਦੇ ਹੋਣ, ਉੱਥੇ ਬੈਠ, ਤੇਰੇ ਅੰਦਰੋਂ ਕੂੜ ਕੱਟ ਜਾਏਗਾ। ਕਬੀਰ ਜੀ ਨੇ ਵੀ ਆਖਿਆ ਹੈ ਕਿ ਮਨ ਨੂੰ ਮੱਤ ਦੇਣ ਵਾਸਤੇ ਵਿਦਿਆ ਦੀ ਜ਼ਰੂਰਤ ਹੈ, ਗਿਆਨ ਲੈਣ ਦੀ ਲੋੜ ਹੈ। ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ। ਪਰ ਸਤਿਗੁਰੂ ਜੀ ਨੇ ਇੱਕ ਤਾਕੀਦ ਵੀ ਕੀਤੀ ਹੈ ਕਿ ਜੇ ਪੜ੍ਹ ਜਾਏ ਤੇ ਦੂਜਿਆਂ ਨੂੰ ਮੂੜ ਹੀ ਨਾ ਜਾਣਨ ਲੱਗ ਪਵੀਂ। ਕੌਣ ਜਾਣੇ ਕੋਈ ਅੱਤ ਸੁਰਤੀ ਦੇ ਟਿਕਾ ਵਾਲਾ ਕੁਦਰਤ ਦੀਆਂ ਉਹ ਗਹਿਰਾਈਆਂ ਜਾਣਦਾ ਹੋਵੇ ਜੋ ਤੇਰੀ ਵਿਦਿਆ ਸਾਰੀ ਜ਼ਿੰਦਗੀ ਕੀ ਯੁੱਗਾਂ ਤੱਕ ਨਾ ਪ੍ਰਾਪਤ ਕਰ ਸਕੇ। ਮੰਦਾ ਕਿਸੈ ਨਾ ਆਖੀਐ, ਪੜ੍ਹ ਅੱਖਰ ਇਹੋ ਬੁੱਝੀਐ, ਮੂਰਖੈ ਨਾਲ ਨਾ ਲੁੱਝੀਐ। ਮੂੜ ਨਾਲ ਬਹਿਸ ਨਾ ਕਰੀ ਤੇ ਕਿਸੇ ਨੂੰ ਮੰਦਾ ਆਖੀ ਨਾ। ਵਿਦਿਆ ਪ੍ਰਾਪਤ ਕਰਕੇ ਸਿਆਣਪ ਪੱਲੇ ਬੰਨ। ਕਬੀਰ ਜੀ ਕਹਿੰਦੇ ਨੇ, ਜਿੰਨੀ ਦੇਰ ਦਾਅਵੇਦਾਰੀਆਂ ਬੰਨੇਗਾ ਉਹਨਾਂ ਚਿਰ ਦਾਜਨ ਰਹੇਗੀ।
ਸੇਕ ਰਹੇਗਾ ਤੇ ਚਿੰਤਾ ਰਹੇਗੀ। ਇਹ ਚਿੰਤਾ ਵਾਲੇ ਲੇਖੇ ਦੂਰ ਕਰ ਦੇ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ, 52 ਅੱਖਰ ਸੋਧ ਕੈ ਹਰ ਚਰਨੀ ਚਿੱਤ ਲਾਏ। ਵਿਦਿਆ ਰਾਹੀਂ ਵਿਚਾਰਵਾਨ ਬਣ, ਮਾਲਕ ਦੇ ਚਰਨਾਂ ਨਾਲ ਸੁਰਤੀ ਨੂੰ ਜੋੜ। ਦੁਨੀਆ ਦੇ ਪਦਾਰਥਾਂ ਵਿੱਚ ਖਿਝ ਨਾ, ਅਸਲੀ ਵਿਚਾਰਵਾਨ ਤੂੰ ਤਾਂ ਹੈ ਜੇ ਪ੍ਰਭੂ ਦੀ ਭਗਤੀ ਦਾ ਰਾਹ ਅਪਣਾ ਲਵੇਂ ਤੇ ਚਿੰਤਾ ਦੇ ਸਾਰੇ ਲੇਖੇ ਭਗਤੀ ਦੇ ਪ੍ਰਵਾਹ ਵਿੱਚ ਰੋੜ ਕੇ ਰੱਖ ਦੇਵੇਂ। ਕਾਗਦ ਦੇਹ ਬਿਹਾਏ, ਕੇਵਲ ਕਾਗਜ਼ਾਂ ਤੱਕ ਤੇਰੀ ਵਿਦਿਆ ਰੁਕ ਗਈ ਤਾਂ ਕੋਈ ਖਾਸ ਪ੍ਰਾਪਤੀ ਨਹੀਂ। ਇਸ ਲਈ ਸਿਆਣੇ ਸੋਝੀਵਾਨ ਜਾਣਨ ਵਾਲੇ ਪੁਰਸ਼ ਹਮੇਸ਼ਾ ਇੱਕ ਇੱਕ ਅੱਖਰ ਵਿੱਚੋਂ ਉਸ ਅਕਸ਼ਰ ਜੋ ਕਦੀ ਖੈ ਹੋਣ ਵਾਲਾ ਨਹੀਂ, ਉਸ ਦੀ ਸਮਝ ਬਖਸ਼ਦੇ ਰਹੇ ਨੇ। ਬਾਣੀ ਅੰਦਰ ਵਿਸ਼ੇਸ਼ ਤੌਰ ਤੇ ਜਦੋਂ ਅੱਖਰਾਂ ਦਾ ਜ਼ਿਕਰ ਆਉਂਦਾ ਹੈ, ਇੱਕ ਇੱਕ ਅੱਖਰ ਵਿੱਚੋਂ ਗੁਰਬਾਣੀ ਸਬਕ ਦਿੰਦੀ ਹੈ। ਮਿਸਾਲ ਦੇ ਤੌਰ ਤੇ ਬਚਨ ਆਉਂਦਾ ਹੈ ਅੱਖਰ ਗੱਗੇ ਦੇ ਸੰਬੰਧ ਵਿੱਚ। ਜਿਸ ਵੇਲੇ ਕਿਸੇ ਬੱਚੇ ਨੂੰ ਗੱਗਾ ਲਿਖਣਾ ਪੜ੍ਹਨਾ ਸਿਖਾਇਆ ਜਾਂਦਾ ਹੈ, ਤੁਸੀਂ ਗੱਗੇ ਤੋਂ ਗਾਂ ਵੀ ਬਣਾ ਸਕਦੇ ਹੋ। ਤਸਵੀਰ ਗਾਂ ਦੀ ਬਣਾ ਦਿਓ, ਬੱਚਾ ਗੱਗਾ ਸਿੱਖ ਲਏਗਾ। ਸਿਖਾਉਂਦੇ ਨੇ ਲੋਕ। ਗੱਗੇ ਤੋਂ ਗੁੜ ਵੀ ਬਣਾ ਸਕਦੇ ਹੋ, ਗੱਗੇ ਤੋਂ ਗੁਰੂ ਦੀ ਸਮਝ ਵੀ ਦੇ ਸਕਦੇ ਹੋ। ਗੱਤਕਾ ਵੀ ਲਿਖਿਆ ਜਾ ਸਕਦਾ ਹੈ। ਸਵਾਲ ਇੰਨਾ ਹੈ ਕਿ ਗੱਗਾ ਸਿਖਾਉਣਾ ਹੈ, ਲੇਕਿਨ ਸਤਿਗੁਰੂ ਦਾ ਸਵਾਲ ਇੰਨਾ ਨਹੀਂ। ਸਤਿਗੁਰੂ ਦਾ ਸਵਾਲ ਇਹ ਹੈ ਕਿ ਜਦ ਵੀ ਗੱਗਾ ਤੇਰੇ ਸਾਹਮਣੇ ਆਵੇ, ਤੈਨੂੰ ਉਹ ਪਹਿਲਾ ਪਾਠ ਸਬਕ ਚੇਤੇ ਰਹੇ ਕਿ ਇਸ ਗੱਗੇ ਵਿੱਚੋਂ ਕੋਈ ਜੀਵਨ ਸਵਾਰਨ ਤੇ ਸਿਰਜਣਹਾਰ ਨਾਲ ਜੁੜਨ ਦਾ ਸਬਕ ਵੀ ਮਿਲਦਾ ਹੈ। ਇਸ ਲਈ ਬੱਚੇ ਨੂੰ ਆਰੰਭ ਵਿੱਚ ਹੀ ਅੱਖਰ ਦੇ ਨਾਲ ਕੋਈ ਸਬਕ ਦੇਣ ਦੀ ਜ਼ਰੂਰਤ ਹੈ। ਗੁਰਬਾਣੀ ਅੰਦਰ ਜ਼ਿਕਰ ਆਇਆ ਹੈ, ਗੱਗਾ ਗੋਬਿੰਦ ਗੁਣ ਰਵਹੁ। ਗੱਗੇ ਤੋਂ ਗੋਬਿੰਦ ਨੂੰ ਚੇਤੇ ਕਰ। ਗੱਗਾ ਤੈਨੂੰ ਖਬਰ ਦਿੰਦਾ ਹੈ ਗੋਬਿੰਦ ਦਾ ਬਣ ਜਾ, ਗੁਣ ਗਾ ਉਸ ਮਾਲਕ ਦੇ। ਗੱਗਾ ਗੋਬਿੰਦ ਗੁਣ ਰਵਹੁ, ਸਾਸ ਸਾਸ ਜਪ ਨੀਤ। ਕਹਾਂ ਬਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ। ਨਹਿ ਬਾਰਿਕ ਨਹਿ ਜੋਬਨੈ, ਨਹਿ ਬਿਰਦੀ ਕਛ ਬੰਦ। ਗੱਗੇ ਤੋਂ ਕਿੱਡਾ ਵੱਡਾ ਸਬਕ। ਉਸ ਗੋਬਿੰਦ ਦੇ ਗੁਣ ਗਾ ਤੇ ਸਾਸ ਸਾਸ ਗਾ, ਸਦਾ ਗਾਉਂਦਾ ਰਹੇ। ਮਾਲਕ ਨੂੰ ਕਦੀ ਨਾ ਭੁਲਾਈ। ਇਸ ਦੇਹ ਦਾ ਕੀ ਭਰੋਸਾ ਹੈ? ਕਹਾਂ ਬਿਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ। ਰੱਤੀ ਭਰ ਲਈ ਵੀ ਯਕੀਨ ਨਾ ਕਰ ਬੈਠੀ, ਕੌਣ ਜਾਣੇ ਕਾਲ ਕਿਸ ਵੇਲੇ ਆਣ ਝਪਟ ਮਾਰੇ ਤੇ ਇਸ ਨੂੰ ਮਿਟਾ ਦੇਵੇ। ਕਹਾਂ ਬਿਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ। ਨਹਿ ਬਾਰਿਕ ਨਹਿ ਜੋਬਨੈ, ਨਹਿ ਬਿਰਦੀ ਕੱਛ ਬੰਦ। ਨਾ ਬਚਪਨ ਵਿੱਚ ਕੋਈ ਮੌਤ ਨੂੰ ਰੋਕ ਸਕਿਆ, ਨਾ ਜਵਾਨੀ ਵਿੱਚ, ਨਾ ਬੁਢਾਪੇ ਵਿੱਚ ਹੀ। ਨਹਿ ਬਾਰਿਕ ਨਹਿ ਜੋਬਨੈ, ਨਹਿ ਬਿਰਦੀ ਕੱਛ ਬੰਦ। ਉਹ ਬੇਰਾ ਨਹਿ ਬੂਝੀਐ, ਜੋ ਆਏ ਪਰੈ ਜਮ ਫੰਦ। ਉਸ ਵੇਲੇ ਦਾ ਕੋਈ ਪਤਾ ਨਹੀਂ ਜਿਸ ਵੇਲੇ ਜਮਾਂ ਨੇ ਆ ਫਾਹੀ ਪਾਉਣੀ ਹੈ। ਇਸ ਲਈ ਗੱਗਾ ਪ੍ਰੇਰਣਾ ਦਿੰਦਾ ਹੈ, ਗੋਬਿੰਦ ਦੇ ਗੁਣ ਸਦਾ ਗਾਉਂਦਾ ਰਹੋ। ਘੱਗੇ ਵੱਲ ਵਧੇਗਾ ਤਾਂ ਤੈਨੂੰ ਇੱਕ ਘਾਲਣ ਦੀ ਜਾਚ ਸਿਖਾਏਗਾ। ਉਹ ਘਾਲਣਾ ਕੀ ਹੈ? ਘੱਗਾ ਘਾਲਹੁ ਮਨ ਹੈ ਇਹ, ਬਿਨ ਹਰ ਦੂਸਰ ਨਾ ਹੈ। ਇਹ ਹੈ ਅਸਲੀ ਘਾਲਣਾ। ਉਸ ਮਾਲਕ ਤੋਂ ਬਿਨਾਂ ਕੋਈ ਮਦਦਗਾਰ ਬਣਨ ਵਾਲਾ ਨਹੀਂ। ਉਹੀ ਰਮਿਆ ਹਰ ਪਾਸੇ,
ਉਹੀ ਸਰਬ ਸ਼ਕਤੀਮਾਨ ਹੈ, ਉਸ ਨਾਲ ਜੁੜ, ਉਸ ਦੀ ਯਾਦ ਬਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਇਆ ਹੈ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ। ਅਸਲੀ ਘਾਲਣਾ ਤਾਂ ਮੁਸ਼ੱਕਤ ਤਾਂ ਉਹਨਾਂ ਨੇ ਘਾਲੀ ਹੈ ਜਿਨ੍ਹਾਂ ਪ੍ਰਭੂ ਦਾ ਨਾਮ ਜਪਿਆ ਹੈ। ਇੱਕ ਇੱਕ ਅੱਖਰ ਤੋਂ ਭਗਤ ਜਨ ਗੁਰੂ ਸਾਹਿਬਾਨ ਸਾਨੂੰ ਸਿਰਜਣਹਾਰ ਦਾ ਸਬਕ ਦਿੰਦੇ ਰਹੇ ਨੇ। ਇਹ ਹੈ ਅਸਲੀ ਪੜ੍ਹਾਈ, ਕਿ ਕੋਈ ਅੱਖਰ ਤੇਰੇ ਸਾਹਮਣੇ ਆਵੇ, ਉਸ ਨਾ ਖੈ ਹੋਣ ਵਾਲੇ ਦਾ ਚੇਤਾ ਕਰਵਾ ਜਾਏ। ਚੱਚਾ ਸਾਹਮਣੇ ਆਇਆ, ਚੱਚਾ ਰਾਚਿਤ ਚਿੱਤਰ ਹੈ ਭਾਰੀ। ਇਹ ਸੰਸਾਰ ਦਾ ਚਿੱਤਰ ਬੜਾ ਵੱਡਾ ਹੈ, ਬੜਾ ਕਮਾਲ ਦਾ ਹੈ। ਕਿੰਨੇ ਰੰਗ ਇਸ ਕਾਇਨਾਤ ਵਿੱਚ ਉਸ ਮਾਲਕ ਨੇ, ਚਿੱਤਰਕਾਰ ਨੇ ਭਰ ਦਿੱਤੇ ਨੇ। ਛੋਟੇ ਮੋਟੇ ਚਿੱਤਰਾਂ ਦੀ ਕੀ ਗੱਲ ਕਰਨੀ, ਇਹ ਦੇਖ ਨਿਰੰਕਾਰ ਦਾ ਬਣਾਇਆ ਹੋਇਆ ਚਿੱਤਰ। ਚੱਚਾ ਰਾਚਿਤ ਚਿੱਤਰ ਹੈ ਭਾਰੀ, ਤੇ ਤਾਕੀਦ ਕੀਤੀ, ਵੇਖੀ ਚਿੱਤਰ ਤੇ ਹੀ ਨਾ ਰੁਕ ਜਾਈ। ਇਹ ਕਲਾ ਵੱਲ ਧਿਆਨ ਦੇ, ਕੁਦਰਤ ਦੀ ਗਹਿਰਾਈ ਵੱਲ ਜੁੜ। ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਦੇ ਪਿੱਛੇ ਚਿੱਤਰਕਾਰੀ ਦੀ ਕਲਾ ਹੈ। ਉਸ ਕਲਾ ਤੋਂ ਸਦਕੇ ਹੋਣਾ ਸਿੱਖ। ਤੇ ਜਦੋਂ ਕਲਾ ਨਾਲ ਜੁੜੇਗਾ, 3 ਸਟੇਜਾਂ ਨੇ। ਪਹਿਲੇ ਚਿੱਤਰ ਹੈ ਤੇਰੇ ਸਾਹਮਣੇ, ਦੇਖਣ ਵਾਲਾ ਬਣੇ ਤਾਂ ਚਿੱਤਰਕਾਰੀ ਵੱਲ ਤੇਰੀ ਸੁਰਤ ਜਾਏ ਕਿ ਕਮਾਲ ਦੀ ਕਲਾ ਹੈ। ਤੇ ਕਲਾ ਦੇ ਪਿੱਛੇ ਖੜੋਤਾ ਹੈ ਕਲਾਕਾਰ, ਜਿਸ ਦੀ ਇਹ ਕਲਾ ਹੈ। ਫਿਰ ਉਸ ਤੋਂ ਸਦਕੇ ਹੋ। ਤਜ ਚਿੱਤਰ ਹੈ ਚੇਤੋ ਚਿਤਕਾਰੀ। ਬੇਸ਼ੱਕ ਇਹ ਚਿੱਤਰ ਬੜਾ ਸੁੰਦਰ ਹੈ। ਇਹ ਕਾਇਨਾਤ ਦੀ ਖੂਬਸੂਰਤੀ ਕੋਈ ਬਿਆਨ ਕੀਤੀ ਜਾ ਸਕਦੀ ਹੈ। ਬੜੀ ਵੱਡੀ ਕਾਰਾਗਰੀ ਹੈ ਇਹ। ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਤਜ ਚਿੱਤਰੈ ਚਿਤ ਰਾਖ ਚਿਤੇਰਾ। ਪਰ ਮਿੱਤਰਾ, ਜੇ ਕਾਮਯਾਬੀ ਪਾਉਣੀ ਹੈ ਤੇ ਫਿਰ ਚਿੱਤਰ ਤੇ ਹੀ ਰੁਕ ਨਾ ਜਾਈ। ਚਿੱਤਰ ਨੂੰ ਤੱਕ ਸਦਕੇ ਹੋ ਚਿੱਤਰਕਾਰੀ ਤੋਂ, ਤੇ ਚਿੱਤਰਕਾਰੀ ਨਾਲ ਧਿਆਨ ਲੱਗਣ ਲੱਗੇ ਤੇ ਫਿਰ ਚਿੱਤਰਕਾਰ ਦੇ ਤੱਕ ਪਹੁੰਚ ਜਾ। ਇੱਕ ਇੱਕ ਅੱਖਰ ਸਾਨੂੰ ਸਹੀ ਅਰਥਾਂ ਵਿੱਚ ਪੰਡਿਤ ਬਣਾਉਂਦਾ ਹੈ। ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ, ਰਜੋ ਤਮੋ ਸਤੋ ਤੋਂ ਉੱਪਰ ਲੈ ਜਾਏਗਾ। ਝੱਜਾ ਸਾਹਮਣੇ ਆਇਆ ਤਾਂ ਬਾਣੀ ਗੁਰੂ ਜੀ ਅੰਦਰੋਂ ਆਵਾਜ਼ ਆਉਂਦੀ ਏ, ਝੱਜਾ ਝੂਰਨ ਮਿਟੈ ਤੁਮਾਰੋ। ਅਸੀਂ ਕਈ ਗੱਲਾਂ ਤੋਂ ਝੂਰਨੇ ਆ ਜ਼ਿੰਦਗੀ ਵਿੱਚ, ਤੇ ਬਾਣੀ ਦਾ ਉਪਦੇਸ਼ ਸਾਨੂੰ ਜਦੋਂ ਸਾਹਮਣੇ ਰੱਖ ਕੇ ਦੇਖਣ ਦਾ ਮੌਕਾ ਮਿਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਅਸੀਂ ਜਿਹੜਾ ਵਿਵਹਾਰ ਕਰਨਾ ਸੀ ਉਹ ਕੀਤਾ ਨਹੀਂ, ਝੂਰਦੇ ਤਾਂ ਹਾਂ। ਝੱਜਾ ਝੂਰਨ ਮਿਟੈ ਤੁਮਾਰੋ, ਰਾਮ ਨਾਮ ਸਿਉ ਕਰ ਵਿਵਹਾਰੋ। ਰਾਮ ਨਾਮ ਦਾ ਵਪਾਰੀ ਬਣ। ਕਿਸੇ ਪ੍ਰਕਾਰ ਦਾ ਝੂਰਨਾ ਤੇਰੀ ਜ਼ਿੰਦਗੀ 'ਚ ਰਹਿ ਹੀ ਨਹੀਂ ਜਾਏਗਾ। ਜੇ ਮਨੁੱਖ ਦੇਖਣ ਵਾਲਾ ਹੋਵੇ ਤਾਂ ਇੱਕ ਇੱਕ ਅੱਖਰ ਦੀ ਗਹਿਰਾਈ ਨਿਰੰਕਾਰ ਨਾਲ ਜੋੜਨ ਵਾਲੀ ਹੈ। ਇਹ ਗੁਰਬਾਣੀ ਵਿੱਚੋਂ ਕਿੰਨੀਆਂ ਮਿਸਾਲਾਂ ਆਪਾਂ ਦੇਖੀਆਂ ਨੇ ਕਿ ਅੱਖਰ ਦੀ ਗਹਿਰਾਈ ਉਸ ਨਿਰੰਕਾਰ ਨਾਲ ਜੋੜਨ ਦੀ ਸੇਧ ਦਿੰਦੀ ਹੈ। ਅਸੀਂ ਦੇਖਦੇ ਨਹੀਂ, ਗੁਰਮੁਖੀ ਦੇ ਅੱਖਰ ਤਰਤੀਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰਹੇ ਨੇ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿੱਥੇ ਸੰਗਤਾਂ ਨੂੰ ਉਪਦੇਸ਼ ਸੁਬਾਹ ਸ਼ਾਮ ਤੇ ਹਰ ਆਏ ਪ੍ਰਾਣੀ ਦੇ ਸਵਾਲਾਂ ਦਾ ਸਮਾਧਾਨ ਕੀਤਾ, ਉੱਥੇ 2 ਵਿਸ਼ੇਸ਼ ਕਾਰਜ ਪ੍ਰਾਰੰਭ ਕੀਤੇ ਖਡੂਰ ਸਾਹਿਬ। ਇੱਕ ਸੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ। ਹੋਰ ਅਧਿਆਪਕ ਵੀ ਲਗਾਏ ਹੋਣਗੇ, ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਅੱਖਰ ਸਿਖਾਇਆ ਕਰਦੇ ਸਨ।
ਤੇ ਜਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤਰਤੀਬ ਦਿੱਤੀ ਹੋਵੇਗੀ ਇਹਨਾਂ ਅੱਖਰਾਂ ਨੂੰ, ਅੱਖਰ ਪਹਿਲੇ ਸਨ ਪਰ ਇਹ ਤਰਤੀਬ ਦੇ ਕੇ ਫਿਰ ਪੜ੍ਹਾਏ ਹੋਣਗੇ ਤਾਂ ਅੱਖਰਾਂ ਵਿੱਚ ਕੈਸੀ ਜਾਨ ਭਰ ਦਿੱਤੀ ਹੋਵੇਗੀ। ਊੜਾ ਪਹਿਲੇ ਨੰਬਰ ਤੇ ਰੱਖਿਆ। ਇਹ ਰੱਬ ਦੀ ਖਬਰ ਦਿੰਦਾ ਹੈ। ਖਬਰ ਕਿਵੇਂ ਦਿੰਦਾ ਹੈ? ਊੜਾ ਤੁਸੀਂ ਕਦੀ ਵੀ ਮੁਕਤਾ ਲਿਖ ਕੇ ਬੁਲਾ ਨਹੀਂ ਸਕੋਗੇ। ਕਿਸੇ ਲਫ਼ਜ਼ ਵਿੱਚ ਵੀ ਊੜਾ ਮੁਕਤਾ ਕਦੀ ਨਹੀਂ ਲਿਖਿਆ ਜਾਂਦਾ ਕਿ ਉਹ ਆਵਾਜ਼ ਦੇਵੇ। ਗੁਰਬਾਣੀ ਅੰਦਰ ਬਾਰ-ਬਾਰ ਜ਼ਿਕਰ ਆਇਆ ਹੈ ਕਿ ਜਦੋਂ ਇਹ ਸ੍ਰਿਸ਼ਟੀ ਪ੍ਰਕਿਰਤੀ ਦੀ ਰਚਨਾ ਨਹੀਂ ਸੀ, ਰੱਬ ਉਸ ਵੇਲੇ ਵੀ ਸੀ ਪਰ ਸੁੰਨ ਸੀ। ਸੁੰਨ, ਊੜਾ ਸੁੰਨ ਦੀ ਖਬਰ ਦਿੰਦਾ ਹੈ। ਫਿਰ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਉਸਨੇ ਪ੍ਰਕਿਰਤੀ ਰਚਨੀ ਸੀ, ਉਸਨੇ ਆਪਣੇ ਇੱਕ ਬਚਨ ਤੋਂ ਰਚੀ, ਆਵਾਜ਼ ਤੋਂ। ਕੀਤਾ ਪਸਾਓ ਇੱਕ ਕੁਆਓ। ਊੜੇ ਨੂੰ, ਮੁਕਤੇ ਨੂੰ ਤੁਸੀਂ ਨਹੀਂ ਬੁਲਾ ਸਕਦੇ, ਪਰ ਹਾਂ ਊੜਾ ਆਪਣਾ ਮੂੰਹ ਖੋਲ ਦੇਵੇ, ਊੜੇ ਦਾ ਮੂੰਹ ਖੋਲ ਦਿਓ ਤਾਂ ਆਵਾਜ਼ ਉਹਦੀ ਆ ਜਾਂਦੀ ਹੈ, ਸੁਤੇ ਸਿੱਧ। ਜਾਂ ਊੜਾ ਬੋਲਦਾ ਹੈ ਜਿਸ ਵੇਲੇ ਉਸ ਦੀ ਚਰਨ ਸਰਨ ਵਿੱਚ ਕੋਈ ਪੈ ਜਾਂਦਾ ਹੈ। ਔਂਕੜ ਵੀ ਪੈ ਸਕਦਾ ਹੈ, ਦੁਲੈਂਕੜੇ ਵੀ। ਊੜੇ ਦੇ ਉੱਪਰ ਕੋਈ ਹੋੜਾ, ਕਨੌੜਾ, ਲਾਂ, ਦੁਲਾਂ ਨਹੀਂ ਲੱਗ ਸਕਦੀ। ਨਾ ਉਸ ਦੇ ਬਰਾਬਰ ਹੀ ਸਿਹਾਰੀ, ਬਿਹਾਰੀ, ਕੰਨਾ ਕੋਈ ਲੱਗ ਸਕਦਾ। ਰੱਬ ਦੇ ਬਰਾਬਰ ਕੌਣ? ਇੱਕ ਊੜੇ ਨੂੰ ਸਮਝ ਲਓ ਨਿਰੰਕਾਰ ਦੀ ਸੇਧ ਦੇਈ ਜਾਂਦਾ ਹੈ। ਇਉਂ ਹੀ ਬਾਕੀ ਦੇ ਅੱਖਰ ਹਨ, ਪਰ ਇਹ ਲੰਬਾ ਸਬਜੈਕਟ ਹੈ। ਸਮਝਣ ਵਾਲਾ ਮਨੁੱਖ ਹੋਵੇ ਤਾਂ ਇਹਨਾਂ ਅੱਖਰਾਂ ਦੀ ਸੋਧ ਕਰੇ। 52 ਅੱਖਰ ਸੋਧ ਕੇ। ਹਿੰਦੀ ਸੰਸਕ੍ਰਿਤ ਦੇ 52 ਅੱਖਰ ਸਨ। ਤੋ ਸੰਸਕ੍ਰਿਤ ਤੋਂ ਚੱਲੇ 52 ਅੱਖਰਾਂ ਨੂੰ ਮੁੱਖ ਰੱਖ ਕੇ ਹੀ ਹਿੰਦੁਸਤਾਨ ਵਿੱਚ 52 ਅੱਖਰੀਆਂ ਲਿਖੀਆਂ ਗਈਆਂ। 52 ਅੱਖਰੀ ਇੱਕ ਕਾਵਿ ਰੂਪ ਹੋਇਆ ਕਰਦਾ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਖਰਾਂ ਨੂੰ ਲੈ ਕੇ ਨਿਰੰਕਾਰ ਨਾਲ ਜੋੜਨ ਲਈ ਬਚਪਨ ਵਿੱਚ ਬੱਚਿਆਂ ਨੂੰ ਆਪ ਅੱਖਰ ਪੜ੍ਹਾਏ ਤੇ ਸੋਧ ਕੇ ਪੜ੍ਹਾਏ। ਜਿਸ ਵੇਲੇ ਸਤਿਗੁਰੂ ਵਿਦਿਆ ਦੇ ਧਿਆਨ ਵਿੱਚ ਹੁੰਦੇ, ਉਸ ਵੇਲੇ ਬਾਕੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਕਿ ਉਹ ਆ ਕੇ ਡਿਸਟਰਬ ਕਰੇ। ਇੱਕ ਵਾਰੀ ਦਾ ਜ਼ਿਕਰ ਆਉਂਦਾ ਹੈ, ਮੈਂ 2 ਕਾਰਜਾਂ ਦਾ ਜ਼ਿਕਰ ਕਰ ਰਿਹਾ ਸਾਂ। ਬੱਚਿਆਂ ਨੂੰ ਵਿਦਿਆ ਪੜ੍ਹਾਉਣੀ, ਇਹ ਪਹਿਲਾ। ਨੌਜਵਾਨਾਂ ਨੂੰ ਕੁਸ਼ਤੀਆਂ ਲੜਾਉਣੀਆਂ ਕਿ ਸਰੀਰ ਦਾ ਖਿਆਲ ਰੱਖਣਾ। ਇਸ ਕਾਇਆ ਨੂੰ ਨਸ਼ਿਆਂ ਵਿੱਚ ਬਰਬਾਦ ਨਹੀਂ ਕਰ ਦੇਣਾ। ਕਸਰਤ ਕਰੋ, ਬਲਵਾਨ ਬਣੋ। ਇਸ ਦੁਨੀਆ ਦੇ ਅੰਦਰ ਬਲਵਾਨ ਬਣਨ ਦੀ ਜ਼ਰੂਰਤ ਹੈ। ਇਹ ਦੁਨੀਆ ਕਮਜ਼ੋਰਾਂ ਦੀ ਨਹੀਂ। ਹਜ਼ੂਰ ਨੇ ਮੱਲ ਅਖਾੜੇ ਕਾਇਮ ਕੀਤੇ, ਕੁਸ਼ਤੀਆਂ ਸਿਖਾਈਆਂ, ਬੱਚਿਆਂ ਨੂੰ ਵਿਦਿਆ ਦੇਣ ਦਾ ਉਚੇਚਾ ਪ੍ਰਬੰਧ ਕੀਤਾ। ਉਸ ਵੇਲੇ ਕੋਈ ਡਿਸਟਰਬ ਨਹੀਂ ਸੀ ਕਰ ਸਕਦਾ। ਪਰ ਇੱਕ ਦਿਨ ਇੱਕ ਘਟਨਾ ਵਰਤ ਗਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਜ਼ਿਕਰ ਕੀਤਾ, ਪਰ ਉਹ ਬੜਾ ਸੰਖੇਪ ਵਿੱਚ ਕਹਿੰਦੇ ਨੇ ਕਿ ਬੱਚਿਆਂ ਨਾਲ ਪਰਚੇ ਹੋਏ ਸਨ ਸਤਿਗੁਰੂ ਉਸ ਵੇਲੇ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਨਾਲ ਬਲੌਰ ਖੇਡਣ ਲਈ ਥੋੜ੍ਹੀ ਪਰਚੇ ਹੋਣਗੇ, ਜਾਂ ਕੌਡੀਆਂ ਦੀ ਖੇਡ ਥੋੜ੍ਹੀ ਖੇਡਦੇ ਹੋਣਗੇ। ਸਤਿਗੁਰੂ ਤਾਂ ਬੱਚਿਆਂ ਨੂੰ ਬਿਠਾ ਕੇ ਵਿਦਿਆ ਪੜ੍ਹਾਇਆ ਕਰਦੇ ਸਨ। ਸੁਭਾਵਕ ਹੈ ਉਸ ਵੇਲੇ ਵਿਦਿਆ ਪੜ੍ਹਾ ਰਹੇ ਹੋਣਗੇ। ਜਿਸ ਵੇਲੇ ਸ਼ੇਰ ਸ਼ਾਹ ਸੂਰੀ ਤੋਂ ਭਾਂਜ ਖਾ ਕੇ ਦੌੜਦਾ ਹੋਇਆ ਹੁਮਾਯੂੰ ਗੁਰੂ ਦਰਬਾਰ ਪੁੱਜਦਾ ਹੈ, ਪਤਾ ਕਰਕੇ ਕਿ ਸਤਿਗੁਰੂ ਕਿੱਥੇ ਨੇ, ਇਹ ਸਤਿਗੁਰੂ ਜੀ ਦੇ ਪਾਸ ਪਹੁੰਚ ਗਿਆ। ਦੂਰੋਂ ਨਮਸਕਾਰ ਵੀ ਕੀਤੀ, ਪਰ ਹਜ਼ੂਰ ਉਸ ਵੇਲੇ ਬੱਚਿਆਂ ਨੂੰ ਵਿਦਿਆ ਦੇ ਰਹੇ ਸਨ। ਹਜ਼ੂਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ।
ਕਿਉਂਕਿ ਇੱਕ ਨਿਯਮ ਬਣਾ ਰੱਖਿਆ ਸੀ ਕਿ ਹੋਰ ਕੋਈ ਕੰਮ ਇਸ ਵੇਲੇ ਨਹੀਂ, ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ ਹੈ। 2 ਘੜੀਆਂ ਇਤਿਹਾਸ ਕਹਿੰਦਾ ਹੈ ਉੱਥੇ ਖੜਾ ਰਿਹਾ। 2 ਘੜੀਆਂ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ। ਅੱਧੇ ਘੰਟੇ ਤੋਂ ਵੱਧ, ਤਕਰੀਬਨ ਪੌਣੇ ਘੰਟੇ ਦਾ ਸਮਾਂ, ਪੌਣੇ ਘੰਟੇ ਤੋਂ ਵੀ ਵੱਧ ਇਹ ਖੜਾ ਰਿਹਾ। ਆਖਰ ਇਹਨੂੰ ਗੁੱਸਾ ਆ ਗਿਆ। ਤਬ ਹਮਾਯੂ ਮਨ ਕੋਪ ਬਿਸ਼ੇਖਾ, न इसने मेरी दिश देखा, द्वै घटका में ठंडो रहियो, कछु प्रभावना मन में लहियो, मैं आखिर सम्राट हाँ। इस फकीर ने मेरी परवाह ही नहीं की। इस दी धौण उतार देनी चाहिए है, गर्दन कट देनी चाहिए है। गुस्से विच आए हुए ने तलवार दी मुठ नूं हथ पा के तलवार म्यान विचों खिंचण दी कोशिश की। सतगुरु सुचेत तां सन ते हस के आखण लगे, ओ भलिया, जिथे जरूरत सी उथे तां तेरी तलवार निकली नहीं। सिरी अंगद कर उतनैन, दीन भयो पिख उचरे बैन, शेर शाह सो कछ ना बसायो। शेर शाह दे सामने कोई तेरा वस चलिया नहीं, खड़ग हतन हम पर चल आयो। ते साडे उत्ते तलवार धूण लगा है। थोड़ा सोच, किथे जरूरत सी। खड़ग हतन हम पर चल आयो, कायर भयो भाज कर आवा, हमें सूरता चाहे दिखावा। उथों कायर बन के भज आयो जिथे लोड़ सी, ते सानू दिखाउना बहादरी। ਇਹ ਕਿੱਥੋਂ ਦੀ ਤੇਰੀ ਸੂਰਮਤਾਈ ਹੋਈ। ਲੱਜਾ ਨਾਲ ਇਸ ਦਾ ਸਿਰ ਝੁਕ ਗਿਆ। ਸਤਿਗੁਰੂ ਜ਼ਿੰਦਗੀ ਨੂੰ ਨੇੜਿਓਂ ਹੋ ਕੇ ਦੇਖਣ ਲਈ ਅੱਖਰਾਂ ਦਾ ਇਸਤੇਮਾਲ ਕਰਦੇ ਹਨ ਤੇ ਕਹਿੰਦੇ ਹਨ ਕਿ ਇੱਕ ਇੱਕ ਅੱਖਰ ਵਿੱਚੋਂ ਕੋਈ ਸਬਕ ਲੈ। ਜੇ ਸਬਕ ਲੈਣ ਵਾਲਾ ਬਣ ਗਿਓ ਤਾਂ ਇਸ ਜ਼ਿੰਦਗੀ ਨੂੰ ਇਹ ਅੱਖਰ ਇੰਨਾ ਸਵਾਰ ਦੇਣਗੇ ਕਿ ਸਿਰਜਣਹਾਰ ਨਾਲ ਇੱਕ ਹੋ ਜਾਏ। ਜੇ ਕੇਵਲ ਅੱਖਰਾਂ ਤੱਕ ਰੁਕ ਗਿਓ, ਸਬਕ ਤੱਕ ਨਾ ਗਿਓ, ਤਾਂ ਗੱਲ ਬਣਨੀ ਨਹੀਂ। ਪੜ੍ਹਿਆ ਨਹੀਂ, ਭੇਦ ਬੁੱਝਿਆ ਪਾਵਣ, ਕੁਝ ਬੁੱਝਣ ਵਾਲਾ ਬਣ। ਖੱਖਾ ਅੱਖਰ ਆਇਆ ਤੇ ਬਾਣੀ ਅੰਦਰ ਜ਼ਿਕਰ ਆ ਗਿਆ, ਖੱਖਾ ਖਰਾ ਸਰਾਹੋਂ ਤਾਹੂ। ਜੋ ਖਰਾ ਹੈ, ਜਿਸ ਅੰਦਰ ਰੱਤੀ ਪਰ ਖੋਟ ਨਹੀਂ, ਮੈਂ ਉਸ ਦੀ ਸਿਫਤ ਕਰਾਂਗਾ। ਇੱਕ ਇੱਕ ਅੱਖਰ ਸਾਨੂੰ ਕੋਈ ਸਬਕ ਦਿੰਦਾ ਹੈ। ਇਹ ਕਾਗਜ਼ ਤੱਕ ਸੀਮਤ ਨਾ ਰਹਿ ਜਾਏ। ਇਸ ਲਈ ਕਬੀਰ ਜੀ ਕਹਿੰਦੇ ਨੇ, ਕਾਗਜ਼ ਤਾਂ ਵਹਾ ਦੇ ਤੂੰ ਪ੍ਰਭੂ ਦੇ ਸਿਮਰਨ ਦੀ ਬਰਕਤ ਵਿੱਚ। ਇਹ ਚਿੰਤਾ ਵਾਲੇ ਲੇਖੇ ਮੁਕਾ ਦੇ, ਭਗਤੀ ਦੇ ਪ੍ਰਵਾਹ ਵਿੱਚ ਰੋੜ ਸੁੱਟ, ਤੇ ਜਿਹੜਾ ਗਿਆਨ ਹੈ ਉਹ ਪੱਲੇ ਬੰਨ ਲੈ। ਉਸ ਦੀ ਰੌਸ਼ਨੀ ਵਿੱਚ ਜੀਵਨ ਨੂੰ ਬਿਤਾ। 52 ਅੱਖਰ ਸੋਧ ਕੈ, ਹਰ ਚਰਨੀ ਚਿਤ ਲਾਏ। ਇਹ 52 ਅੱਖਰ ਹੀ, ਇਹਨਾਂ ਨੂੰ ਸੋਧਣ ਦਾ ਮਤਲਬ ਹੀ ਇਹ ਹੈ ਕਿ ਇਹਨਾਂ ਤੋਂ ਇੱਕ ਸੇਧ ਲੈ ਸਿਰਜਣਹਾਰ ਦੀ। ਹਰ ਚਰਨੀ ਚਿੱਤ ਲਾਏ, ਪਰਮਾਤਮਾ ਦੇ ਚਰਨਾਂ ਨਾਲ ਚਿੱਤ ਜੋੜ ਲੈ, ਤਾਂ ਤੇਰੀ ਪੜ੍ਹਾਈ ਦਾ ਕੋਈ ਅਰਥ ਹੈ। ਜਿਸ ਨੇ ਵਿਦਿਆ ਦੀ ਸਹੀ ਅਰਥਾਂ ਵਿੱਚ ਸੋਝੀ ਪ੍ਰਾਪਤ ਕੀਤੀ ਹੈ, ਉਸ ਦੀ ਜ਼ਿੰਦਗੀ ਵਿੱਚ ਸੁਤੇ ਸਿੱਧ ਸੁਭਾਵਕ ਹੀ ਪਰ ਉਪਕਾਰ ਆ ਜਾਣਾ ਚਾਹੀਦਾ ਹੈ। ਜਿੱਥੇ ਸਹੀ ਮਾਇਨਿਆਂ ਵਿੱਚ ਵਿਚਾਰ ਹੈ, ਉੱਥੇ ਪਰਉਪਕਾਰ ਹੋਵੇਗਾ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਤੇ ਉਹ ਪਰਉਪਕਾਰ ਦੀ ਬੁਨਿਆਦ ਇਹ ਹੈ ਕਿ ਪਹਿਲਾਂ ਆਪਣੇ ਆਪ ਤੇ ਉਪਕਾਰ ਕਰਨ ਵਾਲਾ ਤਾਂ ਬਣ, ਕਿ ਇਹ ਮਨੁੱਖੀ ਜਾਮਾ ਮਿਲਿਆ
ਜਿਸ ਮਾਲਕ ਨੇ ਦਿੱਤਾ ਹੈ ਉਸ ਦਾ ਸ਼ੁਕਰਗੁਜ਼ਾਰ ਬਣ, ਉਸ ਦੇ ਰੰਗ ਵਿੱਚ ਚਿੱਤ ਨੂੰ ਭਿਉਂ ਲੈ, ਫਿਰ ਉਹ ਰੰਗ ਸੰਸਾਰ ਵਿੱਚ ਵੰਡ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ, 52 ਅੱਖਰ ਸੋਧ ਕੈ ਹਰ ਚਰਨੀ ਚਿੱਤ ਲਾਏ। ਰੋੜਾ ਦੇ ਇਹਨਾਂ ਕਾਗਜ਼ਾਂ ਨੂੰ, ਅੱਖਰਾਂ ਨੂੰ ਸੋਧ ਕੇ ਹਰੀ ਚਰਨਾਂ ਵੱਲ ਚਿੱਤ ਲਗਾ ਲੈ, ਚਿੰਤਾ ਤੋਂ ਮੁਕਤ ਹੋ ਜਾ। ਇਸ ਤੋਂ ਅਗਲਾ ਸ਼ਲੋਕ ਹੈ, ਕਬੀਰ ਸੰਤ ਨ ਛਾਡੈ ਸੰਤਈ, ਜੋ ਕੋਟਿਕ ਮਿਲਹਿ ਅਸੰਤ। ਮਲਿਆਗਰ ਭੁਯੰਗਮ ਬੇਢਿਓ, ਤਾਂ ਸੀਤਲਤਾ ਨਾ ਤਜੰਤ। ਜਿਸ ਨੇ ਅੱਖਰ ਸੋਧ ਕੇ ਉਪਦੇਸ਼ ਚਿੱਤ ਵਿੱਚ ਵਸਾ ਲਿਆ, ਉਹ ਹੈ ਸੰਤ, ਉਹ ਸਤ ਨਾਲ ਜੁੜ ਗਿਆ। ਉਸ ਦੇ ਅੰਦਰ ਇਹ ਬੁਨਿਆਦ ਪੂਰੀ ਤਰ੍ਹਾਂ ਪੱਕੀ ਹੋ ਗਈ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਸੰਤਤਾਈ, ਸੰਤ ਵਾਲੇ ਗੁਣ, ਆਪਣੀਆਂ ਖੂਬੀਆਂ ਤਿਆਗਦਾ ਨਹੀਂ। ਕਬੀਰ ਸੰਤ ਨ ਛਾਡੈ ਸੰਤਈ। ਉਸ ਨੂੰ ਲੱਖ ਲਾਲਚ ਦੇ ਕੇ ਕੋਈ ਉਸ ਦੇ ਮਾਰਗ ਤੋਂ ਮੋੜਨਾ ਚਾਹੇ, ਉਹ ਹਰ ਲਾਲਚ ਨੂੰ ਠੁਕਰਾ ਦੇਵੇਗਾ। ਕੋਈ ਡਰ ਦੇ ਕੇ ਡੁਲਾਉਣਾ ਚਾਹੇ ਤਾਂ ਉਹ ਹਰ ਡਰ ਦੇ ਸਾਹਮਣੇ, ਹਰ ਭਉ ਦੇ ਸਾਹਮਣੇ ਨਿਰਭਉ ਹੋ ਕੇ ਖੜਾ ਹੋ ਜਾਵੇਗਾ। ਸੰਤ ਆਪਣਾ ਗੁਣ ਕਿਸੇ ਕੀਮਤ ਤੇ ਨਹੀਂ ਤਿਆਗਦਾ। ਕਬੀਰ ਸੰਤ ਨਾ ਛਾਡੈ ਸੰਤਈ। 1 2 4 ਨਹੀਂ, ਕਰੋੜਾਂ ਅਸੰਤ ਉਸ ਨੂੰ ਕਿਉਂ ਨਾ ਮਿਲ ਜਾਣ। ਅਸੰਤ ਦਾ ਮਤਲਬ ਹੈ ਸੰਤ ਦੇ ਉਲਟ ਸੁਭਾਅ ਵਾਲੇ, ਜਿਨ੍ਹਾਂ ਅੰਦਰ ਸੰਤ ਵਾਲਾ ਕੋਈ ਗੁਣ ਨਹੀਂ, ਔਗਣਾਂ ਦੇ ਭਰੇ ਹੋਏ ਨੇ। ਉਹ ਕਰੋੜਾਂ ਵੀ ਹੋਣ, ਸੰਤ ਇਕੱਲਾ ਹੋਵੇ ਤਾਂ ਵੀ ਸੰਤ ਆਪਣਾ ਸੁਭਾਅ ਤਿਆਗਦਾ ਨਹੀਂ। ਇਹ ਤਾਂ ਹੋ ਸਕਦਾ ਹੈ ਕਿ ਸੰਤ ਆਪਣੇ ਰੰਗ ਵਿੱਚ ਕਰੋੜਾਂ ਨੂੰ ਰੰਗ ਦੇਵੇ, ਕਿਉਂਕਿ ਉਸ ਅੰਦਰ ਇੱਕ ਰੱਬੀ ਬਲ ਹੈ। ਜਿਨ੍ਹਾਂ ਜਿਨ੍ਹਾਂ ਦੇ ਕੰਨੀ ਉਸ ਦੀ ਸਿੱਖਿਆ ਦੀ ਸਰੋਤ ਪੈ ਜਾਏਗੀ, ਕਿਉਂਕਿ ਉਹ ਹਿਰਦੇ ਦੀ ਗਹਿਰਾਈ ਵਿੱਚੋਂ ਨਿਕਲੀ ਹੈ, ਉਹ ਹਿਰਦੇ ਦੀ ਗਹਿਰਾਈ ਤੱਕ ਪੁੱਜੇਗੀ, ਕੰਮ ਵੀ ਕਰੇਗੀ, ਉਹਨਾਂ ਦਾ ਜੀਵਨ ਵੀ ਬਦਲ ਸਕਦਾ ਹੈ। ਕਰੋੜਾਂ ਮਿਲ ਕੇ ਸੰਤ ਨੂੰ ਨਹੀਂ ਡੁਲਾ ਸਕਦੇ, ਪਰ ਇੱਕ ਸੰਤ ਕਰੋੜਾਂ ਮਨੁੱਖਾਂ ਦੀ ਜ਼ਿੰਦਗੀ ਸਵਾਰ ਸਕਦਾ ਹੈ, ਸੰਤ ਹੋਵੇ ਸਹੀ। ਉਹ ਆਪਣਾ ਗੁਣ ਕਦੀ ਨਹੀਂ ਤਿਆਗੇਗਾ। ਜੇ ਉਹ ਆਪਣਾ ਗੁਣ ਹੀ ਤਿਆਗ ਦੇਵੇ ਤਾਂ ਫਿਰ ਸੰਤ ਕੀ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਤ ਦੇ ਸੰਬੰਧ ਵਿੱਚ ਬਚਨ ਕਹੇ ਨੇ, ਰੈਣ ਦਿਨਸ ਰਹਿ ਇੱਕ ਰੰਗਾ। ਇੱਕ ਰਸ, ਇੱਕ ਰੰਗ ਵਿੱਚ ਮਗਨ ਰਹਿੰਦਾ ਹੈ ਸੰਤ। ਰੈਣ ਦਿਨਸ ਰਹਿ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ। ਪਰਮਾਤਮਾ ਨੂੰ ਹਰ ਪਲ ਆਪਣੇ ਨੇੜੇ ਜਾਣਦਾ, ਸੰਗੀ ਜਾਣਦਾ। ਉਸ ਤੋਂ ਕਦੀ ਦੂਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਰੱਬ ਨੂੰ ਕਦੀ ਦੂਰ ਜਾਣੇ। ਰੱਬ ਨੂੰ ਨੇੜੇ ਮੰਨ ਲੈਣਾ ਸਾਰੇ ਗੁਣਾਂ ਦਾ ਇੱਕ ਵਿਸ਼ੇਸ਼ ਗੁਣ ਹੈ। ਰੱਬ ਨੂੰ ਨਿਕਟ ਜਾਣਨ ਵਾਲਾ ਕੋਈ ਗੁਨਾਹ ਨਹੀਂ ਕਰ ਸਕੇਗਾ। ਰੱਬ ਨੂੰ ਨੇੜੇ ਜਾਣਨ ਵਾਲੇ ਨੂੰ ਕਿਸੇ ਦਾ ਭਉ ਵੀ ਨਹੀਂ ਵਿਆਪੇਗਾ। ਮਾਲਕ ਮੇਰੇ ਨਾਲ ਹੈ, ਭਉ ਕਿਸ ਦਾ। ਭਗਤ ਨਿਰਭਉ ਹੁੰਦਾ ਹੈ। ਗੁਨਾਹ ਕਰਨ ਦਾ ਸਵਾਲ ਨਹੀਂ, ਪਾਸ ਬੈਠਾ ਮਾਲਕ ਦੇਖਦਾ ਹੈ। ਛੁਪਾਵਾਂਗਾ ਕਿਵੇਂ? ਇਸ ਲਈ ਸੰਤ ਦੀ ਜ਼ਿੰਦਗੀ ਵਿੱਚ ਨਾ ਖੌਫ ਹੁੰਦਾ ਹੈ, ਨਾ ਗੁਨਾਹ ਹੁੰਦਾ ਹੈ। ਰਹਿਣ ਦਿਨਸ ਰਹਿ ਇੱਕ ਰੰਗਾ, ਪ੍ਰਭ ਕਉ ਜਾਣੈ ਸਦ ਹੀ ਸੰਗਾ। ਠਾਕੁਰ ਨਾਮ ਕੀਓ ਉਨ ਵਰਤਨ, ਤ੍ਰਿਪਤ ਅਗਾਵਨ ਹਰ ਕੇ ਦਰਸ਼ਨ
ਹਰੀ ਦੇ ਦਰਸ਼ਨਾਂ ਵਿੱਚ ਉਹ ਤ੍ਰਿਪਤ ਹੈ। ਤ੍ਰਿਪਤ ਅਗਾਵਨ ਹਰ ਕੈ ਦਰਸ਼ਨ, ਹਰ ਸੰਗ ਰਾਤੇ ਮਨ ਤਨ ਹਰੇ, ਗੁਰ ਪੂਰੇ ਕੀ ਸਰਨੀ ਪਰੇ। ਸੰਤ ਦਾ ਜੀਵਨ ਐਸਾ ਹੈ, ਉਹ ਮੈਦਾਨੇ ਜੰਗ ਵਿੱਚ ਵੀ ਖੜਾ ਹੋਵੇ, ਉੱਥੇ ਵੀ ਸੰਤ ਵਾਲਾ ਸੁਭਾਅ ਦਇਆ ਦਾ ਤਿਆਗੇਗਾ ਨਹੀਂ। ਹਾਂ, ਸੰਤ ਸਿਪਾਹੀ ਵੀ ਬਣ ਸਕਦਾ ਹੈ। ਹਮਲਾ ਕਿਸੇ ਤੇ ਕਰਨਾ ਨਹੀਂ, ਪਰ ਹਮਲਾਵਰ ਨੂੰ ਰੋਕਣਾ ਤਾਂ ਸੰਤ ਦਾ ਹੱਕ ਹੈ, ਅਧਿਕਾਰ ਹੈ। ਉਹ ਕਾਇਰ ਨਹੀਂ ਹੁੰਦਾ, ਡਰਪੋਕ ਨਹੀਂ ਹੁੰਦਾ, ਬਲਵਾਨ ਹੋਇਆ ਕਰਦਾ ਹੈ। ਪਰ ਸੰਤ ਵਾਲੀ ਦਇਆ ਉਸ ਦੇ ਅੰਦਰ ਫਿਰ ਵੀ ਹੁੰਦੀ ਹੈ। ਡਿੱਗੇ ਤੇ ਵਾਰ ਨਹੀਂ ਕਰੇਗਾ, ਨਿਹੱਥੇ ਤੇ ਵਾਰ ਨਹੀਂ ਕਰੇਗਾ, ਬੱਚੇ ਤੇ ਵਾਰ ਨਹੀਂ ਕਰੇਗਾ, ਬੁੱਢੇ ਤੇ ਵਾਰ ਨਹੀਂ ਕਰੇਗਾ, ਕਮਜ਼ੋਰ ਤੇ ਕੀ ਵਾਰ ਕਰਨਾ। ਕੋਈ ਹਮਲਾਵਰ ਹੈ ਤਾਂ ਜਵਾਬ ਦੇਣਾ ਹੈ। ਆਪਾ ਬਚਾਉਣ ਲਈ, ਸੈਲਫ ਡਿਫੈਂਸ ਵਾਸਤੇ ਸੰਤ ਤਲਵਾਰ ਵੀ ਪਕੜ ਲਵੇ ਤਾਂ ਉਹ ਤਲਵਾਰ ਨਹੀਂ ਰਹਿ ਜਾਂਦੀ, ਕਿਰਪਾਨ ਬਣ ਜਾਂਦੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪੈਂਦੇ ਖਾਨ ਨੂੰ ਆਪ ਪਾਲਿਆ, ਬੜੀਆਂ ਖੁਰਾਕਾਂ ਖਵਾਈਆਂ, ਬੜੀਆਂ ਮੁਸ਼ੱਕਤਾਂ ਘਾਲਣ ਦੀ ਪ੍ਰੇਰਣਾ ਦੇ ਦੇ ਕੇ ਉਸ ਦੇ ਸਰੀਰ ਨੂੰ ਬਲਵਾਨ ਬਣਾਇਆ। ਲੇਕਿਨ ਇੱਕ ਸਮਾਂ ਆ ਗਿਆ ਜਿਸ ਵੇਲੇ ਉਹ ਡੋਲ ਗਿਆ, ਸਤਿਗੁਰੂ ਤੋਂ ਬੇਮੁਖ ਹੋ ਗਿਆ, ਹਜ਼ੂਰ ਨਾਲ ਉਲਟਾ ਯੁੱਧ ਕਰਨ ਲਈ ਆ ਗਿਆ। ਯੁੱਧ ਕਰਨ ਆਏ ਨੇ ਇੱਕ ਚੈਲੰਜ ਕਰ ਦਿੱਤਾ। ਜਦੋਂ ਆਦਮੀ ਦੀ ਮੱਤ ਮਾਰੀ ਜਾਂਦੀ ਹੈ, ਪੈਂਦੇ ਖਾਨ ਨੇ ਤਬ ਕਹਿਓ ਗੁਰੂ, ਤਜ ਕੇ ਧਨਖੀ, ਧੁੰਦ ਯੁੱਧ ਕਰ ਖੜਗ ਕਾ, ਜੇ ਹੈ ਕੁਝ ਅਣਖੀ। ਕਹਿਣ ਲੱਗਾ, ਤੀਰ ਕਮਾਨ ਪਰੇ ਕਰੋ, ਮੇਰੇ ਨਾਲ ਤਲਵਾਰ ਨਾਲ ਦੋ ਹੱਥ ਕਰਕੇ ਦੇਖੋ, ਜੇ ਅਣਖ ਹੈ ਤੁਹਾਡੇ ਅੰਦਰ। ਸਤਿਗੁਰੂ ਜੀ ਨੇ ਕਮਾਨ ਤਾਂ ਮੋਢੇ ਤੇ ਰੱਖ ਲਈ। ਪੈਂਦੇ ਖਾਨ ਨੂੰ ਕਹਿਣ ਲੱਗੇ, ਤੂੰ ਵਾਰ ਕਰ ਲੈ। ਰਕਾਬ ਤੇ ਪੈਰ ਜਿਸ ਤੇ ਧਰਿਆ ਸੀ, ਰਕਾਬ ਤੇ ਵਾਰ ਰੋਕ ਲਿਆ, ਦੂਜਾ ਢਾਲ ਤੇ ਰੋਕ ਲਿਆ, ਤੀਜਾ ਫਿਰ ਵਾਰ ਪੈਂਦੇ ਖਾਨ ਨੇ ਕੀਤਾ। ਸਤਿਗੁਰੂ ਜੀ ਨੇ ਤਲਵਾਰ ਤੇ ਉਸ ਨੂੰ ਰੋਕਿਆ। ਤਲਵਾਰ ਪੈਂਦੇ ਖਾਨ ਦੀ ਟੁੱਟ ਗਈ, ਮੁੱਠ ਰਹਿ ਗਈ ਹੱਥ ਵਿੱਚ। ਹੁਣ ਇਸ ਨੂੰ ਖਤਰਾ ਮਹਿਸੂਸ ਹੋਇਆ, 3 ਵਾਰ ਮੈਂ ਕਰ ਚੁੱਕਾ ਹਾਂ, ਗੁਰੂ ਨੇ ਰੋਕ ਲਏ ਨੇ, ਤਲਵਾਰ ਮੇਰੀ ਟੁੱਟ ਗਈ ਹੈ। ਇਹ ਬੜਾ ਤੇਜ਼ ਤੇ ਬੜਾ ਬਲਸ਼ਾਲੀ ਸੀ ਸਰੀਰ ਇਸ ਦਾ। ਘੋੜੇ ਤੋਂ ਉਤਰ ਸਤਿਗੁਰੂ ਦੇ ਘੋੜੇ ਹੇਠਾਂ ਹੋ ਗਿਆ। ਇਸ ਨੂੰ ਇੱਕ ਦਾਅ ਆਉਂਦਾ ਸੀ ਕਿ ਘੋੜੇ ਨੂੰ ਪਲਟੀ ਲਾ ਦਿਆ ਕਰਦਾ ਸੀ, ਬੜਾ ਤਾਕਤਵਰ ਸਰੀਰ ਸੀ। ਸਤਿਗੁਰੂ ਜੀ ਨੇ ਖੂਬ ਖੁਰਾਕਾਂ ਇਸ ਨੂੰ ਖਵਾਈਆਂ ਤੇ ਕਸਰਤਾਂ ਕਰਵਾਈਆਂ ਸਨ, ਪਰ ਅੱਜ ਉਸੇ ਗੁਰੂ ਨਾਲ ਮੱਥਾ ਲਾਉਣ ਲਈ ਆ ਖੜਿਆ ਹੈ। ਸਤਿਗੁਰੂ ਦੇ ਘੋੜੇ ਹੇਠਾਂ ਹੋ ਗਿਆ ਸੀ। ਇਹ ਮਾਹਿਰ ਇਸ ਗੱਲ ਵਿੱਚ ਕਿ ਘੋੜਾ ਪਲਟਾ ਦੇਵੇ। ਤਾਕਤ ਲਗਾਈ ਪਰ ਸਫਲਤਾ ਨਾ ਮਿਲੀ। ਘੋੜਾ ਅੱਗੇ ਨਾ ਤੁਰ ਸਕਿਆ ਪਰ ਉਲਟਿਆ ਨਾ। ਹੁਣ ਘੋੜੇ ਹੇਠ ਖੜੇ ਤੇ ਤਲਵਾਰ ਦਾ ਵਾਰ ਹੋ ਨਹੀਂ ਸੀ ਸਕਦਾ। ਗੁਰੂ ਜੀ ਨੇ ਇੱਕ ਰਕਾਬ ਵਿੱਚ ਪੈਰ ਕਰਕੇ ਇਸ ਦੇ ਸਿਰ ਵਿੱਚ ਢਾਲ ਮਾਰੀ। ਢਾਲ ਸਿਰ ਵਿੱਚ ਵੱਜਣ ਦੀ ਦੇਰ ਸੀ, ਬੇਹੋਸ਼ ਹੋ ਕੇ ਡਿੱਗ ਪਿਆ। ਤੜਫਣ ਲੱਗਾ। ਤੜਫਣ ਲੱਗੇ ਦੇ ਮੂੰਹ ਵਿੱਚੋਂ ਨਿਕਲਿਆ, ਹਾਏ ਅੰਮਾ। ਹਜ਼ੂਰ ਘੋੜੇ ਤੋਂ ਹੇਠਾਂ ਉਤਰ ਆਏ। ਇਹ ਹੈ ਸੰਤ ਨਾ ਛਾੜੈ ਸੰਤ ਹੀ। ਘੋੜੇ ਤੋਂ ਹੇਠਾਂ ਉਤਰ ਆਏ। ਹੈ ਤਾਂ ਉਹੀ ਪੈਂਦੇ ਖਾਂ ਜਿਸ ਨੂੰ ਹੱਥੀਂ ਪਾਲਿਆ। ਅੱਜ ਹਮਲਾ ਕਰਨ ਆਇਆ ਵਾਰ ਦਾ ਹੱਕਦਾਰ ਸੀ ਤੇ ਵਾਰ ਖਾ ਬੈਠਾ ਹੈ। ਉਹ ਵੀ ਢਾਲ ਦਾ ਮੂਰਛਿਤ ਹੋ ਰਿਹਾ ਹੈ। ਇਹਦੇ ਪ੍ਰਾਣ ਨਿਕਲ ਜਾਣੇ ਨੇ, ਪਰ ਇਸ ਤੇ ਦਇਆ ਕਰਨੀ ਮੇਰਾ ਤਾਂ ਫਰਜ਼ ਹੈ। ਗਰਮੀ ਦੀ ਰੁੱਤ, ਕਹਿਰ ਦੀ ਧੁੱਪ, ਪਰ ਮੀਰੀ ਪੀਰੀ ਦੇ ਮਾਲਕ ਨੇ ਉਸ ਦੇ ਪਾਸ ਘੋੜੇ ਤੋਂ ਉਤਰ ਕੇ ਉਸ ਢਾਲ ਨਾਲ ਉਹਦੇ ਸਿਰ ਤੇ ਛਾਂ ਕਰ ਦਿੱਤੀ
ਤੇ ਕਹਿਣ ਲੱਗੇ, ਪੈਂਦੇ ਖਾਂ ਹੁਣ ਮਾਂ ਨੂੰ ਚੇਤੇ ਕਰਨ ਦਾ ਵਕਤ ਨਹੀਂ। ਇਹ ਛਾਂ ਤੈਨੂੰ ਕਰ ਦਿੱਤੀ ਏ, ਕਲਮਾ ਪੜ੍ਹ ਲੈ। ਤੂੰ ਮੁਸਲਮਾਨ ਹੈ, ਆਖਰੀ ਕਲਮਾ ਪੜ੍ਹ, ਖੁਦਾ ਤੇਰੇ ਤੇ ਕਿਰਪਾ ਕਰੇ। ਉਸ ਵੇਲੇ ਕਹਿੰਦੇ ਨੇ ਪੈਂਦੇ ਖਾਂ ਨੂੰ ਵੀ ਥੋੜ੍ਹੀ ਹੋਸ਼ ਆਈ, ਅਕਲ ਆਈ। ਮਰਦੇ ਦਮ ਆਖਣ ਲੱਗਾ, ਮੇਰੇ ਮਾਲਕ ਤੇਰੀ ਮਿਹਰ ਹੀ ਮੇਰਾ ਕਲਮਾ ਹੈ। ਆਖਰੀ ਲਫ਼ਜ਼ ਇਹ ਸਨ, ਤੇਰੀ ਮਿਹਰ ਹੀ ਮੇਰਾ ਕਲਮਾ ਹੈ। ਉਸ ਵੇਲੇ ਮੈਂ ਇੰਝ ਮਹਿਸੂਸ ਕਰਦਾ ਹਾਂ ਸਤਿਗੁਰੂ ਦੀਆਂ ਫਿਰ ਬਖਸ਼ਿਸ਼ਾਂ ਪੈਂਦੇ ਖਾਂ ਨੂੰ ਮਿਲ ਗਈਆਂ ਹੋਣਗੀਆਂ। ਜੇ ਭੁੱਲ ਵੀ ਗਿਆ ਤਾਂ ਕੋਈ ਗੱਲ ਨਹੀਂ, ਆਖਰ ਡਿੱਗ ਪਿਆ, ਅਹਿਸਾਸ ਕਰ ਲਿਆ ਹੈ। ਸਤਿਗੁਰੂ ਰਣ ਤੱਤੇ ਵਿੱਚ ਵੀ ਮਿਹਰਬਾਨੀ ਦਾ ਸੁਭਾਅ ਤਿਆਗਦੇ ਨਹੀਂ। ਦਸਮ ਪਾਤਸ਼ਾਹ ਦੇ ਤੀਰਾਂ ਨਾਲ ਲੱਗਾ ਹੋਇਆ ਸੋਨਾ ਇਹ ਖਬਰ ਦਿੰਦਾ ਹੈ, ਜ਼ਖਮੀ ਹੋ ਜਾਏ ਇਲਾਜ ਕਰਵਾ ਲਵੇ। ਮੈਂ ਕਿਸੇ ਨੂੰ ਮਾਰਨਾ ਥੋੜ੍ਹੀ ਚਾਹੁੰਦਾ, ਪਰ ਧਰਮੀਆਂ ਤੇ ਕੋਈ ਹਮਲਾ ਕਰਨ ਆਵੇ ਜਵਾਬ ਤਾਂ ਦੇਣਾ ਪਵੇਗਾ। ਜੇ ਸਦਾ ਦੀ ਨੀਂਦ ਸੌਂ ਗਿਆ ਤੇ ਉਸ ਦਾ ਅੰਤਮ ਕਿਰਿਆ ਕਰਮ ਕੀਤਾ ਜਾ ਸਕੇ। ਤੀਰਾਂ ਵਿੱਚ ਵੀ ਦਇਆ ਛੁਪੀ ਹੋਈ ਹੈ ਸਤਿਗੁਰੂ ਦੇ। ਕਰੋੜਾਂ ਅਸੰਤ ਮਿਲ ਜਾਣ, ਸੰਤ ਆਪਣੀ ਸੰਤਤਾਈ ਦੇ ਗੁਣ ਨੂੰ ਤਿਆਗਦਾ ਨਹੀਂ। ਕਬੀਰ ਸੰਤ ਨ ਛਾਡੈ ਸੰਤਈ, ਜੋ ਕੋਟਿਕ ਮਿਲ ਹੈ ਅਸੰਤ। ਮਲਿਆਗਰ ਭੁਯੰਗਮ ਬੇਢਿਓ, ਤਾਂ ਸੀਤਲਤਾ ਨਾ ਤਜੰਤ। ਜੇ ਪੈਂਦੇ ਖਾਂ ਬਖਸ਼ਿਆ ਜਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ। ਮੰਨਿਆ ਜ਼ਿੰਦਗੀ ਵਿੱਚ ਅਨੇਕਾਂ ਔਗਣ ਆਏ ਹੋਣਗੇ, ਲੇਕਿਨ ਹੁਣ ਵੀ ਉਸ ਦੀ ਮਿਹਰ ਮੰਗ ਲਈਏ। ਮਾਲਕ ਮਿਹਰਬਾਨ ਹੈ, ਉਸਨੇ ਆਪਣਾ ਗੁਣ ਥੋੜ੍ਹੀ ਤਿਆਗ ਦੇਣਾ ਹੈ। ਗੁਰੂ ਦਾ ਸੁਭਾਅ ਪੱਕਾ ਹੈ, ਸੰਤ ਦਾ ਸੁਭਾਅ ਪੱਕਾ ਹੈ, ਰੱਬ ਦਾ ਸੁਭਾਅ ਪੱਕਾ ਹੈ। ਮਲਿਆਗਰ ਭੁਯੰਗਮ ਬੇਢਿਓ, ਮੱਲੇ ਪਰਬਤ ਤੇ ਉੱਗਿਆ ਚੰਦਨ ਦਾ ਬੂਟਾ, ਤੇ ਸੱਪਾਂ ਨੇ ਖੁਸ਼ਬੂ ਦੇ ਕਾਰਨ ਆ ਲਪੇਟੇ ਮਾਰੇ। ਭਾਵੇਂ ਕਿੰਨੇ ਸੱਪ ਭਾਵੇਂ ਚੰਦਨ ਦੇ ਬੂਟੇ ਨੂੰ ਲਪੇਟੇ ਮਾਰ ਲੈਣ, ਪਰ ਚੰਦਨ ਨੇ ਆਪਣੀ ਨਾ ਖੁਸ਼ਬੂ ਦਾ ਗੁਣ ਛੱਡਿਆ, ਨਾ ਆਪਣੀ ਸੀਤਲਤਾ ਤਿਆਗੀ ਹੈ ਕਿ ਜ਼ਹਿਰੀਲਾ ਹੋ ਗਿਆ ਹੋਵੇ। ਕਦੀ ਨਹੀਂ। ਇਉਂ ਸੰਤ ਦਾ ਸੁਭਾਅ ਹੈ, ਨਾ ਆਪਣੀ ਅੰਦਰਲੀ ਠੰਡਕ ਛੱਡਦਾ ਹੈ, ਨਾ ਗੁਣਾਂ ਦੀ ਖੁਸ਼ਬੂ। ਸ਼ਾਂਤ ਹੈ। 175ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਿਨ ਜੁਆਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਜਦੋਂ ਪ੍ਰਭੂ ਭਗਤੀ ਸਦਕਾ ਅੰਦਰ ਠੰਡ ਵਰਤ ਜਾਂਦੀ ਹੈ, ਹਿਰਦਾ ਸ਼ਾਂਤ ਹੋ ਜਾਂਦਾ ਹੈ, ਰੱਬੀ ਪਹਿਚਾਣ ਬਣ ਜਾਂਦੀ ਹੈ, ਤਾਂ ਦੁਨੀਆ ਦੀ ਕਿਰਤ ਵਿਰਤ ਕਰਦਿਆਂ ਹੋਇਆਂ ਵੀ ਇਸ ਹਿਰਦੇ ਦੇ ਅੰਦਰ ਉਹ ਸ਼ਾਂਤੀ ਠੰਡ ਬਣੀ ਰਹਿੰਦੀ ਹੈ। ਕਬੀਰ ਜੀ ਕਹਿੰਦੇ ਨੇ, ਜਿਸ ਮਾਇਆ ਦੀ ਮਮਤਾ ਦੀ ਅੱਗ ਨੇ ਇਸ ਸੰਸਾਰ ਨੂੰ ਸਾੜ ਦਿੱਤਾ ਹੈ, ਜਿਨ ਜੁਆਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਪ੍ਰਭੂ ਦਾ ਜਿਹੜਾ ਜਨ ਬਣ ਗਿਆ ਹੈ, ਹਰੀ ਗੁਣ ਗਾਉਣ ਵਾਲਾ ਹੈ, ਬੰਦਗੀਵਾਨ ਪੁਰਸ਼ ਹੈ, ਉਸ ਵਾਸਤੇ ਇਸ ਮਾਇਆ ਵਿੱਚ ਰੱਤੀ ਭਰ ਸੇਕ ਨਹੀਂ। ਉਸ ਨੂੰ ਇਹ ਸੇਕ ਕਿਵੇਂ ਪਹੁੰਚਾਏਗੀ? ਉਸ ਨੂੰ ਮਾਇਆ ਕਮਾਉਣ ਦੀ ਵੀ ਜੁਗਤ ਹੈ, ਮਾਇਆ ਖਰਚਣ ਦਾ ਵੀ ਢੰਗ ਹੈ। ਵਿਕਾਰਾਂ ਤੇ ਖਰਚਾਂਗੇ ਤਾਂ ਸੇਕ ਪਹੁੰਚਾਏਗੀ, ਫੜ ਦੱਬ ਰੱਖੀ ਜਾਵਾਂਗੇ ਤਾਂ ਜ਼ਰੂਰ ਸੇਕ ਦੀ ਭਾ ਉੱਠੇਗੀ। ਜਿਸ ਮਨੁੱਖ ਨੇ ਨੇਕੀ ਨਾਲ ਕਮਾਈ ਹੈ, ਨੇਕੀ ਦੇ ਕੰਮਾਂ ਤੇ ਖਰਚਦਾ ਹੈ, ਭਲੇ ਕੰਮਾਂ ਤੇ ਲਗਾਉਂਦਾ ਹੈ, ਇਹ ਸੇਕ ਨਹੀਂ ਪਹੁੰਚਾ ਸਕਦੀ, ਸ਼ਾਂਤੀ ਤਾਂ ਵੰਡ ਸਕਦੀ ਹੈ। ਭਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਮਾ ਅੰਦਰ ਬੜਾ ਪਿਆਰਾ ਬਚਨ ਲਿਖਿਆ ਹੈ, ਆਰਫਾਂ ਰਾ ਦੌਲਤੇ ਖੁਸ਼ ਰੂਹ ਨੁਮਾਸਤ। ਉਹ ਕਹਿੰਦੇ ਨੇ, ਮਾਇਆ ਗਿਆਨੀ ਜਨਾਂ ਨੂੰ
ਸੁੰਦਰ ਮੁਖ ਦਿਖਾਉਂਦੀ ਹੈ ਤੇ ਸਾਰੇ ਵਿਹਾਰਾਂ 'ਚ ਸੁੱਖ ਦਿੰਦੀ ਹੈ। ਭਗਤ ਪਾਸ ਮਾਇਆ ਸੇਵਾਦਾਰਨੀ ਬਣ ਕੇ ਵਰਤਦੀ ਹੈ। ਆਮ ਮਨੁੱਖ ਇਸ ਦੇ ਮੋਹ ਵਿੱਚ ਗ੍ਰਸਿਆ ਜਾਂਦਾ ਹੈ, ਉਸ ਲਈ ਅੱਗ ਬਣ ਜਾਂਦੀ ਹੈ। ਪਦਾਰਥ ਉਹੀ ਨੇ, ਦੌਲਤ ਉਹੀ ਹੈ, ਲੇਕਿਨ ਵਰਤੋਂ ਵਿੱਚ ਤੇ ਕਮਾਉਣ ਵਿੱਚ ਅੰਤਰ ਹੈ। ਕਬੀਰ ਜੀ ਜਿਤਨਾ ਕਮਾਉਂਦੇ ਨੇ ਨੇਕੀ ਦੇ ਕੰਮ ਤੇ ਲਾਉਂਦੇ ਨੇ। ਦੁਆਰ ਖੁੱਲ੍ਹੇ ਨੇ, ਇੱਕ ਦੋ ਸਾਧੂ ਆ ਰਹੇ ਨੇ, ਇੱਕ ਦੋ ਜਾ ਰਹੇ ਨੇ, ਬੰਦਗੀ ਵਾਹਨਾਂ ਦਾ ਇਕੱਠ ਹੁੰਦਾ ਹੈ, ਉਹਨਾਂ ਨੂੰ ਭੋਜਨ ਛਕਾਉਣਾ, ਉਹਨਾਂ ਦੀ ਸੇਵਾ ਕਰਨੀ। ਦੌਲਤ ਕਬੀਰ ਜੀ ਵੀ ਖਰਚਦੇ ਹੋਣਗੇ, ਰਾਸ਼ਨ ਪਾਣੀ ਮੁਫਤ ਥੋੜ੍ਹੀ ਮਿਲਦਾ ਸੀ। ਲੇਕਿਨ ਜਿਸ ਘਰ ਦੇ ਦੁਆਰ ਇੰਜ ਖੁੱਲ੍ਹੇ ਰਹਿੰਦੇ ਨੇ ਤੇ ਕੋਈ ਨਾ ਕੋਈ ਬੰਦਗੀਵਾਨ ਭਲਾ ਪੁਰਸ਼ ਆਉਂਦਾ ਰਹਿੰਦਾ ਹੈ, ਉੱਥੇ ਬਰਕਤਾਂ ਹੀ ਹੋਰ ਹੋਇਆ ਕਰਦੀਆਂ ਨੇ। ਉੱਥੇ ਮਾਇਆ ਸੇਕ ਨਹੀਂ ਪਹੁੰਚਾ ਸਕਦੀ, ਸ਼ਾਂਤੀ ਵੰਡੇਗੀ। ਜਿਸ ਘਰ ਦੇ ਦੁਆਰ ਬੰਦ ਰਹਿਣ, ਕੋਈ ਆਏ ਹੀ ਨਾ, ਨੇਕ ਪੁਰਸ਼ ਦੇ ਕਦਮ ਵੀ ਉੱਧਰ ਨਾ ਪੈਣ, ਉਸ ਘਰ ਨੂੰ ਵੀ ਕੀ ਕਰਨਾ ਹੈ। ਕਬੀਰ ਜੀ ਨੇ ਤਾਂ ਇੱਥੋਂ ਤੱਕ ਆਖਿਆ ਹੈ, ਕਬੀਰ ਜਾ ਕਰ ਸਾਧ ਨ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਬਸੈ ਤਿਨ ਮਾਹੇ। ਉਹ ਘਰ ਨਹੀਂ, ਕਬਰਸਤਾਨ ਹੈ। ਉੱਥੇ ਵਸਣ ਵਾਲੇ ਇਨਸਾਨ ਨਹੀਂ, ਸ਼ੈਤਾਨ ਨੇ, ਬਲਕਿ ਭੂਤਨੇ ਨੇ। ਘਰ ਦੇ ਦੁਆਰ ਖੁੱਲ੍ਹੇ ਹੋਣ, ਨੇਕ ਪੁਰਸ਼ਾਂ ਦੀ ਆਵਾਜਾਈ ਹੋਵੇ, ਉਹਨਾਂ ਦੀ ਸੇਵਾ ਹੋਵੇ, ਇੱਕ ਰੰਗ ਹੀ ਹੋਰ ਹੈ। ਕਬੀਰ ਜੀ ਦੀ ਜ਼ਿੰਦਗੀ ਦੀ ਖਬਰ ਉਹਨਾਂ ਦੀ ਬਾਣੀ ਵਿੱਚੋਂ ਮਿਲਦੀ ਏ। ਇੱਕ ਦੋਏ ਮੰਦਰ, ਇੱਕ ਦੋਏ ਬਾਟ, ਘਰ ਦੇ ਜੀ ਵੀ ਕਹਿਣ ਲੱਗ ਪਏ, ਹਮ ਕੋ ਸਾਥਰ ਉਨ ਕੋ ਖਾਟ। ਜਿਹੜੀਆਂ ਚਾਰ ਮੰਜੀਆਂ ਨੇ ਘਰ ਵਿੱਚ, ਉਹ ਆਏ ਸਾਧੂਆਂ ਨੂੰ ਦੇ ਦਿੰਦੇ ਹੋ ਤੇ ਸਾਨੂੰ ਆਖਦੇ ਹੋ ਭਾਵੇਂ ਹੇਠਾਂ ਹੀ ਸੌਂ ਜਾਓ, ਪਰਾਲੀ ਤੇ ਸੌਂ ਜਾਓ, ਤਾਂ ਵੀ ਕੋਈ ਨਹੀਂ। ਲੇਕਿਨ ਵੱਡੇ ਭਾਗਾਂ ਵਾਲਾ ਉਹ ਪਰਿਵਾਰ ਹੋਵੇਗਾ ਜੋ ਖੁਦ ਸੱਥਰਾਂ ਤੇ ਸੌਂ ਕੇ ਨੇਕ ਪੁਰਸ਼ਾਂ ਨੂੰ ਮੰਜੀਆਂ ਦਿੰਦਾ ਹੋਵੇਗਾ। ਇੱਥੇ ਸੇਕ ਦਾ ਕੀ ਸਵਾਲ ਹੈ? ਇੱਥੇ ਸ਼ਾਂਤੀ ਹੀ ਸ਼ਾਂਤੀ ਹੈ। ਭਗਤ ਕਬੀਰ ਜੀ ਕਹਿੰਦੇ ਹਨ, ਜਿਨ ਜਵਾਲਾ ਜਗ ਜਾਰਿਆ, ਜਿਸ ਅਗਨੀ ਨੇ, ਜਵਾਲਾ ਨੇ ਸੰਸਾਰ ਨੂੰ ਸਾੜ ਰੱਖਿਆ ਸੀ, ਮੇਰਾ ਮਨ ਸੀਤਲ ਹੋ ਗਿਆ ਹੈ, ਬ੍ਰਹਮ ਗਿਆਨ ਮੈਂ ਪ੍ਰਾਪਤ ਕਰ ਲਿਆ ਹੈ। ਤੇ ਨਤੀਜਾ ਇਹ ਹੋਇਆ, ਜਿਹੜੀ ਸਾਰੇ ਸੰਸਾਰ ਨੂੰ ਸਾੜ ਰਹੀ ਸੀ, ਉਹ ਮੇਰੇ ਵਾਸਤੇ ਤੇ ਪਾਣੀ ਸਮਾਨ ਹੋ ਗਈ, ਠੰਡ ਵਰਤਾਉਣ ਵਾਲੀ ਬਣ ਗਈ। ਬਸ ਇਹੀ ਇੱਕ ਅੰਤਰ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਐਸੇ ਹੀ ਬਚਨ ਕਹੇ। ਕਹਿਣ ਲੱਗੇ, ਜਿੱਥੇ ਤਾਂ ਸੀ ਪਾਖੰਡ, ਉੱਥੇ ਤਾਂ ਮਾਇਆ ਦੀ ਮਮਤਾ ਮੈਂ ਡੇਰਿਆਂ ਵਿੱਚ ਵੀ ਦੇਖੀ। ਲਿਹਾਜ਼ ਕਿਸੇ ਦਾ ਨਹੀਂ ਕੀਤਾ ਹਜ਼ੂਰ ਨੇ। ਪਾਖੰਡੀ ਸਾਧ ਗ੍ਰਸਤੀਆਂ ਨਾਲੋਂ ਵਧੇਰੇ ਫਸੇ ਹੋਏ ਨੇ। ਮਨ ਜੋਗੀ ਸ਼ਾਸਤਰਗ ਕਹਾਵਤ, ਸਭ ਕੀਨੇ ਬਸ ਆਪਨ ਹੀ, ਮਾਇਆ ਮਮਤਾ ਨੇ ਕਾਬੂ ਕੀਤੇ ਹੋਏ ਨੇ। ਤੀਨ ਦੇਵ ਅਰ ਕਰੋੜ 33 ਤਿੰਨ ਕੀ ਹੈਰਤ ਕੱਛ ਨਾ ਰਹੀ। ਉਹਨਾਂ ਦੀ ਵੀ ਕੋਈ ਸ਼ਕਤੀ ਨਾ ਚੱਲੀ, ਉਹ ਵੀ ਪਰੇਸ਼ਾਨੀਆਂ 'ਚ ਹੀ ਨੇ। ਬਲਵੰਤ ਵਿਆਪ ਰਹੀ ਸਭ ਮਹੀ, ਬੜੀ ਬਲਵਾਨ ਹੈ ਮਾਇਆ, ਸਭਨਾਂ 'ਚ ਵਰਤ ਰਹੀ ਹੈ। ਫਿਰ ਕਹਿੰਦੇ ਨੇ, ਅਵਰ ਨ ਜਾਣਸ ਕੋਊ ਮਰਮਾ, ਹੋਰ ਕਿਸੇ ਨੂੰ ਇਸ ਦਾ ਭੇਦ ਨਹੀਂ, ਗੁਰ ਕਿਰਪਾ ਤੇ ਲਹੀ। ਪਰ ਗੁਰੂ ਦੀ ਕਿਰਪਾ ਜਿਨ੍ਹਾਂ ਪ੍ਰਾਪਤ ਕੀਤੀ, ਉਹ ਜਾਣ ਗਏ ਤੇ ਕਿੰਨੀ ਤਬਦੀਲੀ ਆ ਗਈ। ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਹੀ। ਕਹੋ ਨਾਨਕ ਸਾਧ ਤੇ ਭਾਗੀ, ਹੋਏ ਚੇਰੀ ਚਰਨ ਗਹੀ। ਜਿੱਥੇ ਸਾਰਿਆਂ ਨੂੰ ਜਿੱਤ ਲੈਂਦੀ ਸੀ, ਉੱਥੇ ਸਾਧੂ ਦੀ ਗੋਲੀ ਬਣ ਕੇ ਚਰਨਾਂ 'ਚ ਖੜੀ ਹੋ ਗਈ, ਚੰਗੇ ਕੰਮਾਂ ਤੇ ਲੱਗਣ ਲੱਗ ਗਈ। ਇਹ ਜਵਾਲਾ ਨਾ ਰਹੀ, ਸੋ ਜਨ ਕੇ ਉਦਕ ਸਮਾਨ। ਉਸ ਜਨ ਵਾਸਤੇ ਤਾਂ ਉਹ ਪਾਣੀ ਦੀ ਨਿਆਈ ਬਣ ਗਈ, ਕਈਆਂ ਦੀ ਪਿਆਸ ਮਿਟਾਏਗੀ। ਇਸ ਦੌਲਤ ਨਾਲ ਕਿੰਨੇ ਕੰਮ ਸਵਾਰੇ ਜਾ ਸਕਦੇ ਨੇ। ਸਾਧੂ ਸਵਾਰਦਾ ਹੈ, ਆਪਣਾ ਸੁਭਾਅ ਨਹੀਂ ਤਿਆਗਦਾ, ਤੇ ਉਸ ਦੇ ਜੀਵਨ ਵਿੱਚ ਇਹ ਖੂਬੀ ਹੈ, ਕਬੀਰ ਮਨ ਸੀਤਲ ਪਿਆ।
ਪਾਇਆ ਬ੍ਰਹਮ ਗਿਆਨ। ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਹੈ, ਮਨ ਅੰਦਰ ਸੀਤਲਤਾ ਬਣ ਗਈ ਹੈ। ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਉਹ ਪ੍ਰਭੂ ਦੇ ਪਿਆਰਿਆਂ ਲਈ, ਦੁਨੀਆ ਲਈ ਜਵਾਲਾ ਹੋਵੇਗੀ ਅੱਗ। ਮਾਇਆ ਦੀ ਮਮਤਾ ਮਲਕੀਅਤ ਦਾ ਭਾਵ ਸੰਸਾਰ ਨੂੰ ਸਾੜ ਰਿਹਾ ਹੋਵੇਗਾ, ਪਰ ਬੰਦਗੀਵਾਨ ਵਾਸਤੇ ਉਹ ਪਾਣੀ ਵਾਂਗ ਠੰਡੀ ਰਹਿੰਦੀ ਹੈ। ਕਬੀਰ ਸਾਰੀ ਸਿਰਜਨਹਾਰ ਕੀ, ਜਾਣੈ ਨਾਹੀ ਕੋਏ। ਕਹਿ ਜਾਣੈ ਆਪਨ ਧਨੀ, ਕਹਿ ਦਾਸ ਦੀਵਾਨੀ ਹੋਏ। ਕਬੀਰ ਜੀ ਕਹਿੰਦੇ ਨੇ ਹਰ ਪ੍ਰਾਣੀ ਇਸ ਗੱਲ ਨੂੰ ਜਾਣਦਾ ਨਹੀਂ ਕਿ ਜੋ ਮਾਇਆ ਰੂਪ ਅੱਗ ਸੰਸਾਰ ਨੂੰ ਸਾੜਦੀ ਹੈ ਇਹ ਵੀ ਨਿਰੰਕਾਰ ਦਾ ਖੇਡ, ਉਸੇ ਦੀ ਰਚਨਾ। ਇਸ ਭੇਦ ਨੂੰ ਜਾਂ ਪ੍ਰਭੂ ਜਾਣਦਾ ਹੈ ਜਾਂ ਭਗਤ ਜਾਣਦਾ ਹੈ। ਜੋ ਪ੍ਰਭੂ ਦੇ ਚਰਨਾਂ ਵਿੱਚ, ਉਸ ਦੇ ਦੀਵਾਨ ਵਿੱਚ ਜੁੜਿਆ ਹੋਇਆ ਹੈ, ਉਸ ਨੂੰ ਇਹ ਮਾਇਆ ਕੁਝ ਨਹੀਂ ਆਖੇਗੀ, ਕਿਉਂਕਿ ਉਹਨੇ ਮਮਤਾ ਬਣਾਉਣੀ ਨਹੀਂ। ਉਸ ਨੂੰ ਪਤਾ ਹੈ ਗੁਜ਼ਰਾਨ ਹੈ, ਨਾਲ ਨਿਭਣ ਵਾਲੀ ਨਹੀਂ। ਪ੍ਰਭੂ ਨੂੰ ਪਤਾ ਹੈ, ਪ੍ਰਭੂ ਦੇ ਭਗਤ ਇਸ ਦੀ ਰਮਜ਼ ਜਾਣਦੇ ਹਨ। 177ਵਾਂ ਸ਼ਲੋਕ। ਕਬੀਰ ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ। ਓਰਾ ਘਰ ਪਾਣੀ ਭਇਆ, ਜਾਏ ਮਿਲਿਓ ਢਾਲ ਕੂਲ। ਭਲੀ ਭਈ ਦਾ ਮਤਲਬ ਹੈ ਚੰਗਾ ਹੋ ਗਿਆ। ਜਦੋਂ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ ਵਸ ਜਾਂਦਾ ਹੈ, ਜਦੋਂ ਮਨੁੱਖ ਦੇ ਅੰਦਰ ਪ੍ਰਭੂ ਦਾ ਭਉ ਵਸ ਜਾਂਦਾ ਹੈ, ਇਹ ਚੰਗਾ ਹੋ ਗਿਆ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ। ਜਿਹੜਾ ਇੱਧਰ ਉੱਧਰ ਭਟਕਣਾ ਤੇ ਠੇਡੇ ਖਾਣ ਦੀ ਗੱਲ ਸੀ, ਉਹ ਮੁੱਕ ਗਈ। ਉਹ ਕਿਸ ਦੀ ਸੀ? ਓਲੇ ਦੀ, ਗੜੇ ਦੀ। ਓਰਾ ਘਰ ਪਾਣੀ ਭਇਆ, ਜਾਏ ਮਿਲਿਓ ਢਲ ਕੂਲ। ਬਰਸਾਤ ਪੈਂਦੀ ਏ, ਕਣੀਆਂ ਪੈਂਦੀਆਂ ਨੇ, ਨਿਵਾਣ ਵੱਲ ਨੂੰ ਤੁਰ ਜਾਂਦੀਆਂ ਨੇ। ਨਿਮਰਤਾ ਧਾਰਨ ਕਰਨ ਵਾਲੀਆਂ ਆਖਰ ਵਹਿਣਾਂ ਵਿੱਚੋਂ ਹੁੰਦੀਆਂ, ਨਦੀਆਂ 'ਚ ਮਿਲਦੀਆਂ, ਸਮੁੰਦਰ ਤੱਕ ਪਹੁੰਚ ਜਾਂਦੀਆਂ ਨੇ। ਦਿਸ਼ਾ ਇੱਕ ਹੈ, ਲੇਕਿਨ ਜਦੋਂ ਗੜੇ ਡਿੱਗਦੇ ਨੇ ਦਿਸ਼ਾ ਇੱਕ ਨਹੀਂ ਹੁੰਦੀ, ਇੱਧਰ ਉੱਧਰ ਬਿਖਰਦੇ ਨੇ। ਜਿਸ ਦੇ ਵੱਜ ਗਏ ਚੋਟ ਵੀ ਪਹੁੰਚਾਉਂਦੇ ਨੇ। ਅੰਦਰ ਕਠੋਰਤਾ ਹੈ। ਇਹ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜੋ ਬੰਦੇ ਦੀ ਹਾਲਤ ਹੈ, ਉਹ ਹੈ ਕਠੋਰਤਾ ਵਾਲੀ। ਇੱਧਰ ਉੱਧਰ ਭਟਕਦਾ ਵੀ ਹੈ, ਕਠੋਰ ਵੀ ਰਹਿੰਦਾ ਹੈ, ਲੇਕਿਨ ਜੇ ਰੱਬ ਦਾ ਭਉ ਚਿੱਤ ਵਿੱਚ ਵਸ ਜਾਏ ਤਾਂ ਇਹ ਨਿੱਘ ਇਸ ਗੜੇ ਨੂੰ ਢਾਲ ਦਿੰਦਾ ਹੈ। ਇਸ ਨਿੱਘ ਵਿੱਚ ਹੰਕਾਰ ਦਾ ਗੜਾ ਢਲ ਜਾਂਦਾ ਹੈ। ਨਿਮਰਤਾ ਆ ਗਈ, ਪਾਣੀ ਬਣ ਗਿਆ। ਭਲੀ ਭਈ, ਕਬੀਰ ਜੀ ਕਹਿੰਦੇ ਨੇ ਚੰਗਾ ਹੋਇਆ। ਕਬੀਰ ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ। ਇੱਕ ਪ੍ਰਭੂ ਦੀ ਓਟ ਤੋਂ ਸਿਵਾ ਬਾਕੀ ਸਾਰੇ ਪਾਸੇ ਭੁੱਲ ਗਏ। ਇੱਧਰ ਉੱਧਰ ਤੱਕਣਾ ਛੱਡ ਦਿੱਤਾ। ਓਰਾ ਘਰ ਪਾਣੀ ਭਇਆ। ਜਿਹੜਾ ਗੜਾ ਸੀ, ਕਦੀ ਐਣ ਬਣ ਕੇ ਵਰਸਦਾ ਸੀ, ਕਠੋਰਤਾ ਵਾਲਾ ਸੀ ਮਨ, ਇਹ ਹੁਣ ਪਾਣੀ ਬਣ ਗਿਆ। ਜਾਏ ਮਿਲਿਓ ਢਲ ਕੂਲ। ਤੇ ਮੁੜ ਪਾਣੀ ਬਣਿਆ, ਜਾ ਕੇ ਨਦੀ ਵਿੱਚ ਮਿਲ ਗਿਆ, ਸਾਗਰ ਵਿੱਚ ਮਿਲ ਗਿਆ। ਜੋ ਵੀ ਪ੍ਰਾਣੀ ਪਰਮਾਤਮਾ ਦਾ ਭਉ ਚਿੱਤ ਵਿੱਚ ਵਸਾ ਕੇ ਕਠੋਰਤਾ ਤੋਂ ਮੁਕਤ ਹੋ ਜਾਂਦਾ ਹੈ, ਨਿਮਰਤਾ ਦਾ ਰਾਹ ਅਖਤਿਆਰ ਕਰ ਲੈਂਦਾ ਹੈ, ਉਹ ਨਿਰੰਕਾਰ ਵਿੱਚ ਲੀਨ ਹੋ ਜਾਂਦਾ ਹੈ। ਵਾਹਿਗੁਰੂ ਜੀ ਕਿਰਪਾ ਕਰਨ, ਅਸੀਂ ਵੀ ਇਸ ਪੰਧ ਦੇ ਪਾਂਧੀ ਬਣ ਕੇ ਜ਼ਿੰਦਗੀ ਨੂੰ ਸਵਾਰ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।